सत श्री अकाल जी, मैं हलीन सानी बहुत बहुत स्वागत है सारिਆਂ ਦਾ। ਤੁਸੀਂ देख रहे हो प्रोग्राम ਜਿਹਦਾ नाम है जी वीज़ा लाइव। इस प्रोग्राम ਦੇ ਵਿੱਚ बहुत सारी ਗੱਲਾਂ ਬਾਤਾਂ ਹੁੰਦੀ, ਤੁਹਾਡੇ ਵੱਲੋਂ ਸਵਾਲ ਆਉਂਦੇ, ਸਾਡੇ ਵੱਲੋਂ ਜਵਾਬ ਦਿੱਤੇ ਜਾਂਦੇ ਆ, ਲੇਕਿਨ ਅਕਸਰ ਸਾਡੇ ਨਾਲ ਕੋਈ ਨਾ ਕੋਈ ਗਾਈਡ ਮੌਜੂਦ ਹੁੰਦੇ ਆ। ਲੇਕਿਨ ਅੱਜ ਜੋ ਸਾਡੇ ਨਾਲ ਗਾਈਡ ਮੌਜੂਦ ਹੈ ਉਹਨਾਂ ਦੀ ਜੇਕਰ ਤਾਰੀਫ ਕਰਨ ਚੱਲਾਂ ਜਾਂ ਉਹਨਾਂ ਦੇ ਬਾਰੇ ਮੈਂ ਦੱਸਾਂ ਤਾਂ ਪੂਰਾ ਦਿਨ ਨਿਕਲ ਜਾਏਗਾ। ਦੇਖੋ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਸਾਡੇ ਗਾਈਡ SWICS ਤੋਂ ਸਵਿਕਸ ਤੋਂ यानी कि JP सिंह जी मौजूद है। सत श्री अकाल, बहुत बहुत स्वागत है। सत श्री अकाल बेटा, सत श्री अकाल। की हाल है सर? बहुत अच्छा जी बच्चे, बहुत वधिया होना भी चाहिए। साडी बहुत पुरानी कंपनी है स्विक्स एंड 20 साल तो कंपनी ਤੁਸੀਂ ਚਲਾ ਰਹੇ ਹੋ। 2002 ਤੋਂ ਅਸੀਂ ਐਸਟੈਬਲਿਸ਼ ਕੀਤੀ ਸੀ ਕੰਪਨੀ ਤੇ ਟਿਲ ਡੇਟ ਬਾਈ ਦੀ ਗ੍ਰੇਸ ਆਫ ਗॉड ਵਿਦਆਊਟ ਐਨੀ ਕੋਈ ਲਿਟੀਗੇਸ਼ਨ ਜਾਂ ਕੰਜ਼ਿਊਮਰ ਕੇਸ ਅਸੀਂ ਨੀਟ ਐਂਡ ਕਲੀਨ ਕੰਮ ਕਰ ਰਹੇ ਹਾਂ। ਯੈਸ, ਪਰਫੈਕਟ। ਤਾਂ ਇੰਨਾ ਵੱਡਾ ਸਫਰ ਤੁਸੀਂ ਤੈਅ ਕਰਕੇ ਥੇ ਪਹੁੰਚੇ। ਉਹਦਾ ਰੀਜ਼ਨ ਇਹ ਹੁੰਦਾ ਬੇਟਾ ਜੀ, ਇੱਕ ਨਾ ਸਟ੍ਰਿਕਟ डिसिप्लिन बनाना, ਉਹਦੇ रूल्स रेगुलेशन बनाना। मैं खुद क्योंकि मैं डिसिप्लिन डिफेंस बैकग्राउंड तो है, मेरे फादर आर्मी ਸੀਗੇ ਤਾਂ ਸਾਨੂੰ ਉਹ ਐਟੀਕੇਟ ਸੀ ਉੱਥੋਂ ਦੇ ਮਿਲੇ ਹੋਏ ਆ। ਤਾਂ ਉਸ ਦੇ ਅਕੋਰਡਿੰਗਲੀ ਇੱਕ ਆਪ ਵੀ ਹਾਈਲੀ ਕੁਆਲੀਫਾਈਡ ਆ, ਮੈਂ ਅੱਛੀ ਕੁਆਲੀਫਿਕੇਸ਼ਨ ਹੈ। ਇੰਡੀਆ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਹਾਂ, ਕੈਨੇਡਾ ਤੋਂ ਮੈਂ ਇਮੀਗ੍ਰੇਸ਼ਨ ਲਾਅ ਦਾ ਡਿਪਲੋਮਾ ਕੀਤਾ, ਦੈਨ ਇੰਟਰਨੈਸ਼ਨਲ ਐਜੂਕੇਸ਼ਨ ਐਡਵਾਈਜ਼ਰ ਹਾਂ। ਸੋ ਇੰਨਾ ਕੁਝ ਜਦੋਂ ਸਟੱਡੀ ਕਰ ਲੈਣਾ ਨਾ, ਸਾਨੂੰ ਉਹ ਪੜ੍ਹਾ ਦਿੰਦੇ ਪਹਿਲਾਂ ਹੀ ਕਿ ਤੁਹਾਡੇ ਬਿਜ਼ਨਸ ਐਥਿਕਸ ਕੀ ਹੁੰਦੇ ਆ। ਅੱਜ ਦੀ ਡੇਟ 'ਚ ਕੀ ਹੋ ਰਿਹਾ, ਨਾਰਮਲੀ ਇੱਕ 8th ਪਾਸ ਜਾਂ 10th ਪਾਸ ਵੀ ਕੰਸਲਟੈਂਟ ਖੋਲ੍ਹ ਲੈਂਦਾ, ਕੰਮ ਕਰ ਲੈਂਦਾ। ਉਹ ਕਹਿੰਦਾ ਅਸੀਂ ਵੀ ਤੁਹਾਡੇ ਵਾਲਾ ਕੰਮ ਕਰ ਲਿਆ। ਤਾਂ ਦਿਸ ਇਜ਼ ਨੋਟ ਦਿਸ ਇਹ ਐਕਚੁਅਲ ਸਿਸਟਮ ਹੈ ਇਹਦੇ। ਕਿਉਂਕਿ ਇਮੀਗ੍ਰੇਸ਼ਨ ਰੂ ਜਿਹੜਾ ਆਪਣਾ ਐਕਟ ਬਣਿਆ ਹੋਇਆ, ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਸਿਰਫ ਮੈਟ੍ਰਿਕੂਲੇਸ਼ਨ ਹੈ। ਬਟ ਇਸ ਬਿਜ਼ਨਸ ਦੇ ਵਿੱਚ ਹਾਈਲੀ ਕੁਆਲੀਫਾਈਡ ਬੰਦਿਆਂ ਦੇ ਹੀ ਆਉਣ ਦੀ ਜ਼ਰੂਰਤ ਹੈ, ਕਿਉਂਕਿ ਇਹ ਬਹੁਤ ਵਾਸਟ ਫੀਲਡ ਆ, ਬਹੁਤ ਹੀ ਇੱਕ ਜੇ ਕਹੋ ਤਾਂ ਇਨੋਵੇਟਿਵ ਫੀਲਡ ਆ। ਇਹਦੇ 'ਚ ਬੜਾ ਕੁਛ ਰਿਸਰਚ ਕਰਨਾ ਪੈਂਦਾ, ਬੜਾ ਕੁਛ ਸਟੱਡੀ ਕਰਨਾ ਪੈਂਦਾ। ਜੇ ਤੁਸੀਂ ਅਪਡੇਟ ਰਹਿੰਦੇ ਹੋ, ਡੇ ਟੂ ਡੇ ਅਪਡੇਟ ਰਹਿੰਦੇ ਹੋ ਰੂਲਸ ਰੈਗੂਲੇਸ਼ਨ ਨਵੀਂ ਚੇਂਜਿਸ ਦੇ ਨਾਲ, ਤਾਂ ਹੀ ਤੁਸੀਂ ਕੁਛ ਕੰਮ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਦੇਖੋਗੇ ਅੱਜ ਦੀ ਡੇਟ 'ਚ ਕਿੰਨੇ ਫਰਾਡਸ ਹੋ ਰਹੇ ਆ ਜਾਂ ਦੂਜੇ ਹੋ ਰਹੇ। ਉਹਦਾ ਰੀਜ਼ਨ ਇਹ ਹੈ ਕਿ ਲੋਕਾਂ ਨੂੰ ਨੌਲੇਜ ਨਹੀਂ, ਉਹ ਜਸਟ ਪੈਸੇ ਇਕੱਠੇ ਕਰ ਲੈਂਦੇ, ਉਹਦੇ ਪਿੱਛੋਂ ਫਰਾਡ ਕਰਦੇ ਆ। ਬਿਲਕੁਲ ਸਹੀ ਚੀਜ਼ ਤੁਸੀਂ ਪਕੜ ਰਹੇ ਹੋ, ਹਰ ਇੱਕ ਚੀਜ਼ ਦਾ ਤੁਸੀਂ ਸਹੀ ਚੀਜ਼ ਲਿੱਤੀ ਹੈ। ਸਰ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹੁੰਦੀ ਹਾਂ, ਜਿਹੜੀ ਸਾਡੀ ਇੰਡਸਟਰੀ ਹੈਗੀ ਹੈ ਨਾ, ਆਪਾਂ ਕੋਈ ਵੀ ਜਦ ਤੱਕ ਪੜ੍ਹਾਈ ਨਹੀਂ ਕੀਤੀ ਉਸ ਹਿਸਾਬ ਨਾਲ ਸਾਨੂੰ ਜੌਬ ਨਹੀਂ ਮਿਲਦੀ। ਜਦੋਂ ਜੌਬ ਮਿਲ ਜਾਂਦੀ ਉਹ ਕੁਝ ਹੋਰ ਹੀ ਮਿਲਦੀ ਹੈ ਸਾਨੂੰ। ਫੋਰ ਐਗਜ਼ਾਮਪਲ ਤੁਸੀਂ ਕਹਿ ਰਹੇ ਹੋ ਕਿ ਮੈਂ ਇਮੀਗ੍ਰੇਸ਼ਨ ਦੀ ਪੜ੍ਹਾਈ ਵੀ ਕੀਤੀ, ਲਾਅ ਕੀਤਾ, ਇੰਜੀਨੀਅਰਿੰਗ ਵੀ ਤੁਸੀਂ ਕੀਤੀ ਹੈ, ਹਰ ਚੀਜ਼ ਤੁਹਾਨੂੰ ਬਹੁਤ ਡੀਪ ਨੌਲੇਜ ਹੈ ਕਿ ਕਿਵੇਂ ਇਮੀਗ੍ਰੇਸ਼ਨ ਦਾ ਸਟੈਪ ਬਾਈ ਸਟੈਪ ਚੀਜ਼ ਚੱਲਣੀ ਹੈ। ਲੇਕਿਨ ਜੋ 8ਵੀਂ ਪਾਸ, 10ਵੀਂ ਪਾਸ, 12ਵੀਂ ਪਾਸ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈ, ਉਹਨਾਂ ਨੂੰ ਲਾਇਸੈਂਸ ਕਿਵੇਂ ਗਵਰਨਮੈਂਟ ਪ੍ਰੋਵਾਈਡ ਕਰ ਦਿੰਦੀ ਹੈ? ਦੇਖੋ ਗਵਰਨਮੈਂਟ ਕਹਿੰਦੀ ਜਿਹਨੇ ਮਰਜ਼ੀ ਜੋ ਮਰਜ਼ੀ ਕੰਮ ਕਰ ਲਓ, ਹੈ ਨਾ। 8th ਪਾਸ ਹੈ ਤੁਸੀਂ, 10th ਪਾਸ ਹੈ ਤੁਸੀਂ, ਕੰਮ ਕਰੀ ਚੱਲੋ। ਇਹਦੇ 'ਚ ਤਾਂ ਕਈ ਜਿਹੜੀ ਪੰਜਾਬ ਗਵਰਨਮੈਂਟ ਦਾ ਇਮੀਗ੍ਰੇਸ਼ਨ ਲਾਇਸੈਂਸ ਚੱਲ ਰਿਹਾ, ਤਾਂ ਇਹਦੇ 'ਚ ਤਾਂ ਕਾਫੀ ਜ਼ਿਆਦਾ ਇਨਫੈਕਟ ਚੇਂਜਿਸ ਕਰਨ ਵਾਲੀਆਂ। ਹੁਣ ਜੇ ਤੁਸੀਂ ਮਿਨਿਸਟਰੀ ਆਫ ਫੋਰਨ ਅਫੇਅਰ ਦਾ ਦੇਖੋਗੇ, ਗਵਰਨਮੈਂਟ ਆਫ ਇੰਡੀਆ ਦਾ ਲਾਇਸੈਂਸ ਆ, ਉਹਦੇ 'ਚ 50 ਲੱਖ ਰੁਪਏ ਦੀ ਸਿਕਿਉਰਿਟੀ ਆ। ਤਾਂ ਹਰ ਇੱਕ ਬੰਦਾ ਉਹ ਲਾਇਸੈਂਸ ਨਹੀਂ ਲੈ ਸਕਦਾ ਗਾ। ਜਿਹੜਾ ਕੈਪੇਬਲ ਹੈ, ਜਿਹੜਾ ਕੰਪੀਟੈਂਟ ਹੈ, ਜਿਹਨੂੰ ਪਤਾ ਹੈ ਵੀ ਸਟ੍ਰਿਕਟ ਐਥਿਕਸ 'ਚੋਂ ਨਿਕਲਣਾ ਪੈਂਦਾ, ਉਹੀ ਲੈਂਦਾ। ਤਾਂ ਸਿਮਿਲਰਲੀ ਗਵਰਨਮੈਂਟ ਆਫ ਪੰਜਾਬ ਵੀ ਕਰ ਸਕਦੀ ਹੈ। 25 ਲੱਖ ਰੁਪਏ ਕਰਦੇ, 20 ਲੱਖ ਰੁਪਏ ਕਰਦੇ ਵਿੱਚ ਸਿਕਿਉਰਿਟੀ। ਤਾਂ ਜੇ ਉਹਦੇ ਨਾਲ ਸਿਕਿਉਰਿਟੀ ਕਰ ਦੇਣਗੇ ਤਾਂ ਸ਼ਾਇਦ ਇਹਦੇ ਨਾਲ ਵੀ ਕਾਫੀ ਜ਼ਿਆਦਾ ਚੇਂਜਸ ਆ ਜਾਣਗੀਆਂ। ਫਿਰ ਇੱਕ ਚੁਣੇ ਗੁਣੇ ਬੰਦੇ ਆਉਣਗੇ, ਇੱਕ ਉਹਨਾਂ ਨੂੰ ਰੂਲਸ ਰੈਗੂਲੇਸ਼ਨ ਪਤਾ ਹੋਏਗਾ, ਨਹੀਂ ਤਾਂ ਕਿਉਂਕਿ ਉਹਨਾਂ ਕੋਲ ਸਿਕਿਉਰਿਟੀ ਦਿੱਤੀ ਹੈ ਉਹ ਦੌੜ ਨਹੀਂ ਸਕਦੇ। ਤਾਂ ਇਹਦੇ ਨਾਲ ਇੱਕ ਜਸਟਿਸ ਹੋਏਗਾ ਪੰਜਾਬ ਦੀ ਜਾਂ ਹਰਿਆਣਾ ਦੀ ਜਾਂ ਨਾਰਥ ਇੰਡੀਆ ਦੀ ਇਨੋਸੈਂਟ ਜਿਹੜੀ ਪਬਲਿਕ ਹੈ ਉਹਨਾਂ ਲਈ ਹੋਏਗਾ, ਉਹਨਾਂ ਨਾਲ ਜਸਟਿਸ ਹੋਏਗਾ। ਸੋ ਇਹ ਚੀਜ਼ਾਂ ਹੋ ਜਾਣੀਆਂ ਚਾਹੀਦੀਆਂ, ਕਾਫੀ ਕੁਛ ਹੋ ਜਾਂਦਾ, ਬੈਨੀਫਿਟ ਤਾਂ ਬਹੁਤ ਹੁੰਦੇ ਆ ਜੇ ਕਰਨਾ ਚਾਹੀਏ ਤਾਂ ਅਸੀਂ। ਰਾਈਟ, ਮੈਂ ਕੋਈ ਵੀ ਟੌਪਿਕ ਫੜਨ ਤੋਂ ਪਹਿਲਾਂ ਤੁਹਾਡੇ ਨਾਲ ਥੋੜਾ ਇਹਦੇ ਬਾਰੇ ਵੀ ਗੱਲਬਾਤ ਕਰਨਾ ਚਾਹੁੰਦੀ, ਕਿਉਂਕਿ ਸਾਡੀ ਇੰਡਸਟਰੀ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਪੇਰੈਂਟਸ ਨੂੰ ਜੋ ਬਾਹਰ ਭੇਜ ਰਹੇ ਨੇ, ਇੰਨਾ ਪੈਸਾ ਲਗਾਉਂਦੇ, ਉਹਨਾਂ ਨੂੰ ਹਰ ਚੀਜ਼ ਦੀ ਨੌਲੇਜ ਹੋਵੇ ਕਿ ਕਿਹੜੇ ਕੋਲ ਫਾਈਲ ਲਗਾਉਣੀ ਹੈ, ਕਿਹੜੇ ਕੋਲ ਨਹੀਂ ਲਗਾਉਣੀ ਹੈ। ਮੈਂ ਇੱਕ ਹੋਰ ਚੀਜ਼ ਇੱਥੇ ਪੁੱਛਣਾ ਚਾਹੁੰਦੀ, ਜੋ ਸਟਾਫ ਦੀ ਗੱਲਬਾਤ ਮੈਂ ਕਰਦੀ ਹਾਂ, ਜਦੋਂ ਮੈਂ ਸਵਿਕਸ SWICS ਕੋ ਜਾਣੀ ਆ, ਉਹਨਾਂ ਦਾ ਮੈਂ ਇਨਵਾਇਰਮੈਂਟ ਦੇਖਦੀ ਹਾਂ, ਉਹਨਾਂ ਸੋਸ਼ਲ ਮੀਡੀਆ ਦੇ ਥਰੂ ਦੇਖਾਂ, ਹੈ ਨਾ, ਜੋ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ, ਤੁਹਾਡੇ ਨਾਲ ਜੋ ਆਏ ਹੁੰਦੇ ਆ ਤੁਹਾਡੇ ਸਟਾਫ ਮੈਂਬਰ, ਉਹਨਾਂ ਦੀ ਨੌਲੇਜ ਆਲਮੋਸਟ ਤੁਹਾਡੇ ਤੋਂ ਐਕਸਪੀਰੀਅੰਸ ਘੱਟ ਹੈ ਲੇਕਿਨ ਨੌਲੇਜ ਬਹੁਤ ਆ, ਠੀਕ ਹੈ। ਲੇਕਿਨ ਬਾਕੀ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਜੋ ਰੱਖੇ ਹੋਏ ਆਪਣੀ ਟੀਮ ਮੈਂਬਰਸ ਰੱਖੇ ਹੋ, ਉਹਨਾਂ ਨੂੰ ਸ਼ਾਇਦ ਮੈਂ ਕਹਿੰਦੀ ਹਾਂ 10% ਨੌਲੇਜ ਵੀ ਨਹੀਂ ਹੈਗੀ ਕਿ ਫਾਈਲਿੰਗ ਬੇਟਾ। ਉਹਦਾ ਰੀਜ਼ਨ ਇਹ ਆ, ਪਤਾ ਗੱਲ ਕੀ ਆ, ਤੁਸੀਂ ਸਟਾਫ ਜਿਹੜਾ ਹੈਗਾ ਤੁਹਾਡਾ ਇਕੱਲਾ ਸਟਾਫ ਤੁਹਾਡੇ ਵਰਕਰ ਨਹੀਂ ਹੈਗੇ, ਉਹ ਤੁਹਾਡੀ ਫੈਮਿਲੀ ਹੈਗੀ ਆ। ਜਿੰਨਾ ਤੁਸੀਂ ਫੈਮਿਲੀ ਨੂੰ ਅੱਛਾ ਇਨਵਾਇਰਨਮੈਂਟ ਦਿਓਗੇ, ਅੱਛਾ ਸਿਸਟਮ ਦਿਓਗੇ, ਤਾਂ ਉਨਾ ਹੀ ਤੁਹਾਡੇ ਕੋਲ ਟਿਕਦਾ ਸਟਾਫ। ਜੇ ਤੁਹਾਡੇ ਕੋਲ ਉਹਨੂੰ ਅੱਛੀ ਸੈਲਰੀਜ਼ ਮਿਲ ਰਹੀ ਆ, ਹੁਣ ਜਿੰਨਾ ਮੇਰਾ ਸਟਾਫ ਹੈ, ਜੇ ਉਹਦੇ ਘਰੇ ਪ੍ਰੋਪਰ ਰੋਟੀ ਨਹੀਂ ਪੱਕ ਰਹੀ ਤਾਂ ਉਹ ਮੇਰੇ ਲਈ ਕੰਮ ਨਹੀਂ ਕਰੇਗਾ ਆਫਿਸ 'ਚ। ਸੋ ਅੱਛੀ ਸੈਲਰੀ ਦੇਣਾ, ਅੱਛਾ ਇਨਵਾਇਰਨਮੈਂਟ ਦੇਣਾ, ਸਪੈਸ਼ਲੀ ਫੀਮੇਲ ਜਿਹੜੇ ਸਟਾਫ ਮੈਂਬਰ ਆ ਉਹਨਾਂ ਨੂੰ ਸੇਫਟੀ ਦੇਣਾ, ਸਿਕਿਉਰਿਟੀ ਦੇਣਾ, ਇਹ ਇੱਕ ਹਰ ਇੱਕ ਇੰਪਲਾਇਰ ਦਾ ਡਿਊਟੀ ਬਣਦੀ ਆ। ਅਤੇ ਮੈਂ ਉਹ ਦਿਨ
ਤਾਂ ਮੇਰੇ ਕੋਲ ਇਸੇ ਰੀਜ਼ਨ ਹੈ ਕਿ ਸਟਾਫ ਮੇਰੇ ਕੋਲ ਬਹੁਤ ਜ਼ਿਆਦਾ ਪੁਰਾਣਾ ਹੈਗਾ ਸਟਾਫ। ਔਰ ਜਦੋਂ ਮੇਰੇ ਕੋਲ 10 15 20 ਸਾਲ ਦਾ ਮੇਰੇ ਕੋਲ ਹੁਣ 20 ਸਾਲ ਦੇ ਵੀ ਮੇਰੇ ਕੋਲ ਸਟਾਫ ਹੈਗੇ ਆ ਜਿਹੜੇ ਪੁਰਾਣੇ, ਤਾਂ ਜਦੋਂ ਕੰਮ ਕਰਦੇ ਨੂੰ ਇੰਨਾ ਟਾਈਮ ਉਹਨਾਂ ਨੂੰ ਹੋ ਗਿਆ ਤਾਂ ਉਹ ਡੈਫੀਨੇਟਲੀ ਇੱਕ ਅਪਡੇਟ ਹੋ ਗਏ। ਔਰ ਮੈਂ ਰੈਗੂਲਰਲੀ ਹਰ ਹਫਤੇ ਕੀ ਹਰ ਰੋਜ਼ ਮੈਂ ਸਟਾਫ ਨੂੰ ਨਵੀਂ ਤੋਂ ਨਵੀਂ ਛੋਟੀ ਤੋਂ ਛੋਟੀ ਚੀਜ਼ ਦੱਸਦਾ ਵੀ ਆਹ ਚੀਜ਼ ਆ ਗਈ ਹੈ, ਇਸ ਤਰ੍ਹਾਂ ਆ ਗਈ, ਇਸ ਤਰ੍ਹਾਂ ਆ ਗਈ। ਔਰ ਸਭ ਤੋਂ ਵੱਡੀ ਗੱਲ, ਅਸੀਂ ਹਰ ਕਲਾਇੰਟ ਦੇ ਵਿੱਚ ਕੋਈ ਜਦੋਂ ਰਜਿਸਟਰਡ ਹੁੰਦਾ ਅਸੀਂ ਉਹਦੇ ਵਿੱਚ ਅਸੀਂ ਆਪ ਇਨਵੋਲਵ ਰਹਿੰਦੇ ਕਿ ਕਦੀ ਕੀ ਮੇਰੇ ਸਟਾਫ ਨੇ ਕੋਈ ਕਲਾਇੰਟ ਨੂੰ ਗਲਤ ਮਿਸ ਕਾਉਂਸਲਿੰਗ ਤਾਂ ਨਹੀਂ ਦਿੱਤੀ, ਗਲਤ ਤਾਂ ਨਹੀਂ ਇਨਫੋਰਮੇਸ਼ਨ ਦੇ ਕੇ ਕੀਤਾ, ਜਾਂ ਕੋਈ ਫਰਾਡੂਲੈਂਟ ਇਨਫੋਰਮੇਸ਼ਨ ਤਾਂ ਨਹੀਂ ਦੇ ਪਾ ਰਿਹਾ। ਕਈ ਵਾਰੀ ਨਵੇਂ ਸਟਾਫ ਸਾਡੇ ਕੋਲ ਆਉਂਦੇ ਆ, ਉਹ ਪੁਰਾਣੀ ਕੰਪਨੀ ਦਾ ਜੋ ਉਹਨਾਂ ਦਾ ਸਿੱਖਿਆ ਹੁੰਦਾ ਉਸੇ ਤਰੀਕੇ ਨਾਲ ਦੱਸਦੇ, ਫਿਰ ਅਸੀਂ ਉਹਨਾਂ ਨੂੰ ਹਮੇਸ਼ਾ ਕਰੈਕਟ ਕਰਦੇ ਹਾਂ। ਨਹੀਂ, ਸਾਡੀ ਕੰਪਨੀ ਦੇ ਰੂਲਸ ਇਹ ਹੈ, ਅਸੀਂ 1% ਵੀ ਅਸੀਂ ਗਲਤ ਨਹੀਂ ਇਨਫੋਰਮੇਸ਼ਨ ਦੇ ਸਕਦੇ, ਗਲਤ ਟੋਲਰੇਟ ਨਹੀਂ ਕਰਦੇ। ਸੋ 0% ਟੋਲਰੈਂਸ ਤੇ ਜਦੋਂ ਚੱਲ ਰਹੇ ਹਾਂ ਤਾਂ 100% ਟਰਾਂਸਪੇਰੈਂਸੀ ਆ। ਜਦੋਂ 100% ਟਰਾਂਸਪੇਰੈਂਸੀ ਆ, 100% ਓਨੈਸਟੀ ਆ, ਤੇ ਆਪਣੇ ਆਪ ਹੀ ਲੋਕਾਂ ਦਾ ਵੀ ਟਰਸਟ ਰਹਿੰਦਾ। ਲੋਕਾਂ ਨੂੰ ਪਤਾ ਹੈ ਵੀ ਜੇ SWIC 'ਚ ਕੇਸ ਲੱਗ ਰਿਹਾ ਤਾਂ ਇਹ ਬਿਲਕੁਲ ਸਹੀ ਕੇਸ ਲੱਗ ਰਿਹਾ, ਕਿਉਂਕਿ ਅਸੀਂ ਬਹੁਤ ਜ਼ਿਆਦਾ ਅੱਛੀ ਤਰ੍ਹਾਂ ਦੇਖ ਕੇ ਪਰਖ ਕੇ ਫਿਰ ਅਸੀਂ ਕੇਸ ਨੂੰ ਅੱਗੇ ਲੈ ਕੇ ਜਾਂਦੇ ਹੋ, ਪ੍ਰੋਸੀਡ ਕਰਦੇ ਹੋ। ਕਿ ਠੀਕ ਹੈ ਜੀ, ਅੱਜ ਨਾ ਸਾਡਾ ਟਾਈਮ ਵੇਸਟ ਹੋਵੇ ਨਾ ਕਲਾਇੰਟ ਦਾ ਟਾਈਮ ਵੇਸਟ ਹੋਵੇ, ਇਹ ਜ਼ਿਆਦਾ ਜ਼ਰੂਰੀ ਹੁੰਦਾ। ਇੱਕ ਤੁਸੀਂ ਹਰ ਇੱਕ ਚੀਜ਼ ਨੂੰ ਲੈ ਕੇ ਚੱਲਣਾ। ਟਾਈਮ ਇਜ਼ ਮਨੀ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਤੁਹਾਡੀ ਮਨੀ ਵੀ ਵੇਸਟ ਹੁੰਦੀ। ਬਿਲਕੁਲ ਬਿਲਕੁਲ ਬੇਟੇ, ਬਿਲਕੁਲ। ਹਾਂਜੀ ਜੀ, ਹੁਣ ਅਸੀਂ ਗੱਲਬਾਤ ਕਰਦੇ ਇੱਕ ਅਲੱਗ ਹੀ ਟੌਪਿਕ ਤੇ, ਅਲੱਗ ਟਰੈਕ ਦੇ, ਕਿਉਂਕਿ ਅਲੱਗ ਹੀ ਤਰ੍ਹਾਂ ਦੇ ਜਿਹੜੇ ਸਪੀਕਸ ਦੇ ਮੇਰੇ ਨਾਲ ਗਾਈਡ ਬੈਠੇ ਹੋਏ ਆ ਮੇਰੇ ਨਾਲ ਆਫਿਸ ਦੇ ਵਿੱਚ, ਇਸ ਸਟੂਡੀਓ ਦੇ ਵਿੱਚ। ਅਸੀਂ ਗੱਲ ਕਰਾਂਗੇ ਜਰਮਨੀ ਸਟੱਡੀ ਵੀਜ਼ਾ ਦੇ ਬਾਰੇ। ਇਹ ਅਲੱਗ ਟੌਪਿਕ ਨਹੀਂ ਹੈ, ਲੇਕਿਨ ਇਹਦੇ ਬਾਰੇ ਕੋਈ ਗੱਲਬਾਤ ਕਰਨਾ ਹੀ ਨਹੀਂ ਚਾਹੁੰਦਾ। ਉਹਦਾ ਰੀਜ਼ਨ ਮੈਨੂੰ ਪਹਿਲਾਂ ਇਹ ਦੱਸੋ। ਰੀਜ਼ਨ ਮੈਂ ਤਾਂ ਦੱਸਦਾ, ਰੀਜ਼ਨ ਜਰਮਨ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ। ਹੁਣ ਮੈਂ ਲਾਸਟ 20 ਈਅਰ ਦੀ ਪ੍ਰੈਕਟਿਸ ਕਰ ਰਿਹਾ, 20 ਈਅਰ ਤੋਂ ਮੈਂ ਵੀ ਬਹੁਤ ਜ਼ਿਆਦਾ ਇਹਦਾ ਇਨੋਵੇਟਿਵ ਕੀਤੇ ਆ। ਕੈਨੇਡਾ, ਆਸਟ੍ਰੇਲੀਆ, UK, ਇਹ ਸਾਰੇ ਭੇਜਦੇ ਨੇ, ਨਿਊਜ਼ੀਲੈਂਡ। ਬੇਸਿਕਲੀ ਦੇਖਿਆ ਜਾਵੇ ਤਾਂ ਕੈਨੇਡਾ, ਆਸਟ੍ਰੇਲੀਆ, UK ਦੀਆਂ ਦੁਕਾਨਾਂ ਹੈਗੀਆਂ, ਅਸੀਂ ਉਹਨਾਂ ਦੇ ਸੇਲਮੈਨ ਹੈ ਤੇ ਸਟੂਡੈਂਟ ਕਲਾਇੰਟ ਆ, ਵੀ ਫਰੈਂਕਲੀ, ਕਿਉਂਕਿ ਉਹਨਾਂ ਸਾਨੂੰ ਕਮਿਸ਼ਨ ਆਉਂਦਾ। ਬਟ ਕੀ ਬੱਚੇ ਇਨੋਵੇਟ, ਹੁਣ ਜਿਹੜੇ ਬੱਚੇ ਮੈਰਿਟਸ ਬੱਚੇ ਹੈਗੇ ਜਿਨ੍ਹਾਂ ਦੀ ਅੱਛੀ ਕੁਆਲੀਫਿਕੇਸ਼ਨ ਹੈਗੀ, ਅੱਛੀ ਪਰਸੈਂਟੇਜ ਹੈਗੀ, ਉਹਨਾਂ ਨੂੰ ਕਿਸੇ ਪਾਸੇ ਸਾਨੂੰ ਡਾਈਵਰਟ ਕਰਨਾ ਜ਼ਰੂਰੀ ਆ। ਉਹਦੇ ਲਈ ਮੈਂ ਖੁਦ ਕੰਮ ਕਰ ਰਿਹਾ ਜਰਮਨ ਦੀ ਸਟੱਡੀ ਵੀਜ਼ਾ ਦੇ ਵਿੱਚ, ਜਿਹਦੇ ਵਿੱਚ ਅਪ ਟੂ 100% ਸਕਾਲਰਸ਼ਿਪ ਲੈ ਲੈਣਾ ਮੈਂ। ਅੱਛਾ, ਅਪ ਟੂ 100% ਸਕਾਲਰਸ਼ਿਪ ਦਾ ਮਤਲਬ ਜੇ ਤੁਹਾਡੇ 70% ਮਾਰਕਸ ਹੈਗੇ ਆ, IELTS 6 ਬੈਂਡ ਕੀਤੇ ਹੋਈ ਆ, ਇੰਗਲਿਸ਼ ਪ੍ਰੋਗਰਾਮ, ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ, ਡਿਪਲੋਮਾ ਨਹੀਂ ਕਰਾਉਂਦੇ, ਬੈਚਲਰ ਜਾਂ ਮਾਸਟਰ, ਤੁਸੀਂ ਐਗਰੀਕਲਚਰ ਜਾਣੀ ਹੈ, ਤੁਸੀਂ ਇਨਵਾਇਰਨਮੈਂਟ ਜਾਣਾ ਹੈ, ਤੁਸੀਂ ਲਾਅ 'ਚ ਜਾਣਾ, ਤੁਸੀਂ ਮੈਡੀਸਿਨ 'ਚ ਜਾਣਾ ਹੈ, ਤੁਸੀਂ ਹੈਲਥ ਜਾਣਾ, ਫਾਰਮੇਸੀ ਜਾਣਾ, ਤੁਸੀਂ ਇੰਜੀਨੀਅਰਿੰਗ ਜਾਣਾ, ਬਾਇਓਟੈਕਨੋਲੋਜੀ ਜਾਣਾ, ਨਿਊਟ੍ਰੀਸ਼ਨ ਵਿੱਚ ਜਾਣਾ, ਕਿਸੇ ਵੀ ਕੋਰਸ ਦੇ ਵਿੱਚ ਜਾਣਾ, ਥਾਊਜ਼ੈਂਡਸ ਆਫ ਕੋਰਸ ਸਾਡੇ ਕੋਲ ਅਵੇਲੇਬਲ ਹੈ। ਔਰ ਯੂਨੀਵਰਸਿਟੀਜ਼ ਟਾਪ 1000 ਰੈਂਕਿੰਗ ਯੂਨੀਵਰਸਿਟੀਜ਼ ਦੇ ਵਿੱਚ ਭੇਜਦੇ ਸੀ ਬੱਚਾ। ਅਪ ਟੂ 100% ਸਕਾਲਰਸ਼ਿਪ ਮਤਲਬ ਇੰਟਾਇਰ ਕੋਰਸ ਦੀ ਕੋਈ ਟਿਊਸ਼ਨ ਫੀਸ ਨਹੀਂ ਹੈ। ਕੀ ਬਾਤ ਹੈ। ਹੁਣ ਇੰਟਾਇਰ ਕੋਰਸ ਦੀ ਜਦੋਂ ਟਿਊਸ਼ਨ ਫੀਸ ਨਹੀਂ ਹੈ, ਹੁਣ ਕੋਈ ਕੰਪੈਰੀਜ਼ਨ ਕਰੇ, ਉੱਥੇ ਕਿਸੇ ਨੂੰ ਕਮਿਸ਼ਨ ਨਹੀਂ ਆਉਣਾ ਸਾਨੂੰ। ਉੱਥੇ ਲਈ ਸਾਨੂੰ ਐਫਰਟਸ ਬਹੁਤ ਕਰਨੇ ਪੈਂਦੇ ਆ। ਇੱਕ ਸਟ੍ਰਿਕਟ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਜਾਂਦਾ, ਹਰ ਸਟੇਟ ਤੋਂ, ਹਰ ਕੰਟਰੀ ਤੋਂ ਬੱਚਾ ਉੱਥੇ ਆ ਰਿਹਾ ਪੜ੍ਹਨ ਵਾਸਤੇ, ਕਿਉਂਕਿ ਸਭ ਨੂੰ ਲੱਗਦਾ ਲਈ ਮੈਂ 100% ਸਕਾਲਰਸ਼ਿਪ ਲਵਾਂ। ਫਿਰ ਮੈਂ ਆਪਣੇ ਬੱਚੇ ਦੀ ਪ੍ਰੋਫਾਈਲ ਨੂੰ ਉਸ ਤਰੀਕੇ ਨਾਲ ਬਣਾਉਣਾ ਹੈ ਕਿ ਸਭ ਨੂੰ ਬੀਟ ਕਰਕੇ ਮੇਰਾ ਬੱਚਾ ਸਭ ਤੋਂ ਅੱਗੇ ਜਾਵੇ। ਸੋ ਇਸ ਲਈ ਬਹੁਤ ਜ਼ਿਆਦਾ ਵਰਕ ਕਰਨਾ ਪੈਂਦਾ ਹੈ ਤੁਹਾਨੂੰ। ਕੋਰਸ ਮੈਪਿੰਗ, ਕੋਰਸ ਸਟੱਡੀ, ਸਭ ਕੁਝ ਡੀਪਲੀ ਸਟੱਡੀ ਕਰਨੀ ਪੈਂਦੀ। ਇੱਕ ਛੋਟੇ ਜਿਹੇ ਪੁਆਇੰਟ ਤੇ ਤੁਹਾਡੀ ਐਡਮਿਸ਼ਨ ਰੁਕ ਜਾਂਦੀ ਹੈ। ਉਹ ਰੁਕ ਜਾਂਦੀ ਤਾਂ ਬੜਾ ਮੁਸ਼ਕਲ ਹੁੰਦਾ। ਮੇਰਾ ਬੱਚੇ ਨੇ ਖਰਚਾ ਕੀਤਾ, ਸਭ ਕੁਝ ਕੀਤਾ। ਅੱਛਾ, ਯੂਨੀਵਰਸਿਟੀ ਪਲੇਸਮੈਂਟ ਟੈਸਟ ਹੁੰਦੇ ਆ। ਅੱਛਾ, ਹਾਂ, ਅਸੀਂ ਤਿਆਰ ਕਰਾਉਂਦੇ ਹਾਂ ਬੱਚਿਆਂ ਨੂੰ ਯੂਨੀਵਰਸਿਟੀ ਪਲੇਸਮੈਂਟ ਟੈਸਟ ਲਈ, ਤੇਰਾ ਇਹ ਟੈਸਟ ਇਸ ਤਰੀਕੇ ਨਾਲ ਹੋਏਗਾ, ਇਸ ਤਰ੍ਹਾਂ। ਜਦ ਕਿ ਟੈਸਟ ਬੜੇ ਛੋਟੇ ਛੋਟੇ ਹੁੰਦੇ ਆ, ਕੋਈ ਅੱਧੇ ਘੰਟੇ ਦਾ ਟੈਸਟ ਹੁੰਦਾ, ਕੋਈ 15 ਮਿੰਟ ਦਾ ਟੈਸਟ ਹੁੰਦਾ, ਕੋਈ 45 ਮਿੰਟ ਦਾ ਟੈਸਟ ਹੁੰਦਾ। ਬਟ ਵੀ ਆਰ ਪ੍ਰੀਪੇਅਰਿੰਗ, ਸਾਡੀ ਟੀਮ ਤਿਆਰ ਕਰਦੀ ਉਹਨਾਂ ਨੂੰ, ਹੈ ਨਾ। ਉਹਨਾਂ ਦੇ ਮੋਟੀਵੇਸ਼ਨ ਲੈਟਰ, ਸਭ ਕੁਝ ਨੂੰ ਤਿਆਰ ਕਰਨਾ, ਹਰ ਇੱਕ ਚੀਜ਼ ਨੂੰ ਸਾਈਕੋਲੋਜੀਕਲੀ ਉਹ ਦੇਖਦੇ ਨੇ, ਫਿਰ ਐਡਮਿਸ਼ਨ ਦਿੰਦੇ ਆ। ਕਿਉਂਕਿ ਉਹਨਾਂ ਦਾ ਮੇਨ ਮੋਟਿਵ ਕੀ ਹੈ ਜਰਮਨ ਦਾ, ਉਹ ਇੱਕ ਰਿਸਰਚ ਐਸੋਸੀਏਟ ਬਣਾਉਣਾ ਹੈ, ਰਿਸਰਚ ਸਾਇੰਟਿਸਟ ਬਣਾਉਣਾ ਹੈ, ਜੇ ਇੰਜੀਨੀਅਰਿੰਗ ਕਰਾਉਂਦਾ ਪ੍ਰੋਪਰ ਇੰਜੀਨੀਅਰ ਬਣਾਉਣਾ। ਉਹਨਾਂ ਦਾ ਇਹ ਨਹੀਂ ਹੈ ਵੀ ਤੁਹਾਨੂੰ ਬਸ ਸਟੱਡੀ ਤੋਂ ਉਹਨਾਂ ਨੇ ਪੈਸਾ ਕਮਾਉਣਾ। ਉਹ ਕਹਿੰਦੇ ਜਰਮਨ ਦਾ ਰੀਜ਼ਨ ਕੀ ਹੈ। ਜਰਮਨ ਨੂੰ ਤੁਸੀਂ ਇੱਕ ਸਾਈਕੋਲੋਜੀ ਨੂੰ ਸਮਝੋ। ਜਰਮਨ 'ਚ ਪਾਪੂਲੇਸ਼ਨ ਗਰੋਥ ਨਹੀਂ ਆ ਬਹੁਤ ਜ਼ਿਆਦਾ, ਠੀਕ ਹੈ। ਉਦੋਂ ਜਦੋਂ ਉਹਨਾਂ ਨੂੰ ਯੰਗ ਟੈਲੈਂਟ ਮਿਲ ਰਿਹਾ, ਉਹਨਾਂ ਦੀ ਯੂਨੀਵਰਸਿਟੀਜ਼, ਐਜੂਕੇਸ਼ਨ ਇੰਡਸਟਰੀ ਬਹੁਤ ਉੱਪਰ ਦੀ ਆ, ਉਹਨਾਂ ਨੂੰ ਉਹ ਤਿਆਰ ਕਰਦੇ ਉੱਥੇ, ਅਤੇ ਉੱਥੇ ਉਹਨਾਂ ਨੂੰ ਸੈਟਲ ਕਰਾਉਂਦੇ ਆ। ਓਕੇ, ਪਰਫੈਕਟ, ਰਾਈਟ। ਹਾਂ, ਤਕਰੀਬਨ 99% ਸਟੂਡੈਂਟ ਡਿਊਰਿੰਗ ਸਟੱਡੀ ਜੌਬ ਲੈ ਲੈਂਦਾ। ਅੱਛਾ, ਡਿਊਰਿੰਗ ਸਟੱਡੀ। ਹਾਂ, ਉਹਨਾਂ ਨੂੰ ਜੌਬ ਕਿੰਨੇ ਸਾਲ ਦੀ ਸਟੱਡੀ ਹੁੰਦੀ ਹੈ ਜਰਮਨ ਦੀ? ਦੇਖੋ, ਜੇ ਤਾਂ ਤੁਸੀਂ ਮਾਸਟਰ ਡਿਗਰੀ ਕਰਦੇ ਹੋ ਤਾਂ ਮਾਸਟਰ ਤਕਰੀਬਨ 3 ਸਮੈਸਟਰ ਤੋਂ ਲੈ ਕੇ 4 ਸਮੈਸਟਰ, 2 ਸਾਲ, 1.5 ਸਾਲ ਤੋਂ ਲੈ ਕੇ 2 ਸਾਲ ਦੀ। ਬਟ ਜੇ ਤੁਸੀਂ ਬੈਚਲਰ ਡਿਗਰੀ ਕਰਦੇ ਹੋ
ਨਾਰਮਲੀ ਬੈਚਲਰ ਡਿਗਰੀ 3 ਜਾਂ 3.5 ਸਾਲ ਦੀ ਹੈ, ਇੰਜੀਨੀਅਰਿੰਗ ਕੋਰਸਿਸ 4 ਸਾਲ ਦੇ ਹੈਗੇ ਨੇ। ਓਕੇ ਠੀਕ ਹੈ, मतलब ਆਲਮੋਸਟ 3 ਜਾਂ 4 ਸਾਲ ਦੀ ਸਟੱਡੀ ਹੁੰਦੀ ਹੈ ਜੋ अब लेकिन फिर ये ਜਿਹੜੀ ਸਟੱਡੀ ਹੈ ਸਕਾਲਰਸ਼ਿਪ ਤੁਹਾਨੂੰ ਪੂਰੀ ਸਟੱਡੀ ਤੱਕ ਮਿਲੀ ਹੈ ਕਿ ਪਹਿਲੇ ਸਾਲ ਦੀ ਮਿਲੀ ਹੈ? ਪੂਰਾ ਇੰਟਾਇਰ ਕੋਰਸ। Entire ਲਾਈਕ ਜੇ ਤੁਸੀਂ ਇੰਜੀਨੀਅਰਿੰਗ ਜਾ ਰਹੇ ਹੋ ਤਾਂ 4 ਈਅਰ ਤਾਂ 4 ਈਅਰ ਤੁਹਾਡੀ ਤੁਸੀਂ ਕੋਈ ਟਿਊਸ਼ਨ ਫੀਸ ਨਹੀਂ ਦੇਣੀਗੀ। ਇਨਫੈਕਟ ਤੁਹਾਡੀ ਜੇ ਜੌਬ ਲੱਗ ਗਈ ਹੈ ਡਿਊਰਿੰਗ ਸਟੱਡੀ ਜੌਬ ਲੱਗ ਗਈ, ਸਪੋਜ਼ ਤੁਸੀਂ ਸੈਕੰਡ ਈਅਰ ਦੇ ਵਿੱਚ ਹੈਗੇ ਜਾਂ ਥਰਡ ਈਅਰ ਦੇ ਵਿੱਚ ਤੁਹਾਡੀ ਜੌਬ ਲੱਗ ਗਈ ਹੈ ਤਾਂ ਤੁਹਾਨੂੰ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਸਟਾਈਫੰਡ ਦੇਣਗੀਆਂ। ਅੱਛਾ, ਉੱਥੇ ਰਹਿਣ ਦਾ ਹਰ ਮੰਥਲੀ ਤੁਹਾਨੂੰ $820 ਜਾਂ $850 ਨਾਰਮਲੀ ਯੂਰੋ ਤੁਹਾਨੂੰ ਆਂਦਾ ਹੈ, ਲਿਵਿੰਗ ਐਕਸਪੈਂਸਿਸ ਆਂਦਾ। ਮੀਨਸ ਪੜ੍ਹੇ ਦਾ ਤੁਸੀਂ ਪੈਸਾ ਨਹੀਂ ਦੇਣਾ, ਰਹਿਣ ਖਾਣ ਦੇ ਤੁਹਾਨੂੰ ਕੰਪਨੀ ਤੋਂ ਪੈਸੇ ਆ ਰਹੇ ਆ। ਹੁਣ ਦੱਸੋ ਹੁਣ ਇੱਥੇ ਮੈਨੂੰ ਕੀ ਕਮਿਸ਼ਨ ਆਣਾ? ਹੁਣ ਇੱਥੇ ਕੋਈ ਏਜੰਟ ਨਹੀਂ ਕੰਮ ਕਰ ਸਕਦਾ, ਇੰਨੇ ਪਲੇਸਮੈਂਟ ਟੈਸਟ ਨਹੀਂ ਦਿਲਾ ਸਕਦਾ, ਇੰਨੀ ਪ੍ਰੋਫਾਈਲ। ਬਟ ਇੱਕ ਦੱਸਣਾ ਜ਼ਰੂਰੀ ਹੈ, ਸਾਨੂੰ ਦੱਸਣਾ ਜ਼ਰੂਰੀ ਹੈ। ਪੰਜਾਬ ਦਾ ਦੇਖੋ ਮੈਂ ਰਹਿਣ ਵਾਲਾ, ਇੱਥੋਂ ਦਾ ਐਗਜ਼ਾਮਪਲ ਹੈਗਾ। ਮੇਰੇ ਬੱਚੇ ਕਿਉਂ ਸਾਰੇ ਕੈਨੇਡਾ ਨੂੰ ਜਾ ਰਹੇ ਅੱਜ? ਕੁੜੀਆਂ ਇੱਕ ਬੜੀਆਂ ਅੱਛੀਆਂ ਪੜ੍ਹੀਆਂ ਲਿਖੀਆਂ ਕੁੜੀਆਂ, ਲੜਕੇ ਲੜਕੀਆਂ, ਉਹ ਸਾਰੇ ਕੈਨੇਡਾ ਆਸਟ੍ਰੇਲੀਆ ਜਾ ਰਹੇ। ਮੈਂ ਕੈਨੇਡਾ ਦਾ ਕੰਮ ਕਰ ਰਿਹਾ, ਬਹੁਤ ਅੱਛਾ ਕਰਦਾ। ਕੈਨੇਡਾ ਆਸਟ੍ਰੇਲੀਆ ਦਾ UK ਦਾ ਮੈਂ ਸਾਰਾ ਕੰਮ ਕਰ ਰਿਹਾ, ਮੈਂ ਨਹੀਂ ਕਹਿੰਦਾ। ਬਟ ਇੱਕ ਪਲੇਟਫਾਰਮ 'ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਜਿੱਥੇ ਨਾਰਮਲੀ ਕੀ ਹੁੰਦਾ ਜਦੋਂ ਅਸੀਂ ਬੱਚਾ ਭੇਜਣਾ, ਕਿਸੇ ਵੀ ਪੇਰੈਂਟਸ ਨੇ ਬੱਚਾ ਭੇਜਣਾ ਤਾਂ ਉਹਨਾਂ ਕੋਲ ਇੱਕ ਇਹ ਫਰਕ ਹੁੰਦਾ ਵੀ ਯਾਰ ਅਸੀਂ ਹੁਣ ਬੱਚਾ ਭੇਜਣਾ ਹੈ, ਕੀ ਜ਼ਮੀਨ ਵੇਚੀਏ, ਕੀ ਮਕਾਨ ਵੇਚੀਏ, ਕਿੱਥੋਂ ਪੈਸਾ ਅਰੇਂਜ ਕਰਨਾ। ਜਦੋਂ ਮੇਰੇ ਬੱਚੇ ਦਾ ਸਕਾਲਰਸ਼ਿਪ ਹੀ ਆ ਗਿਆ ਤਾਂ ਕੋਈ ਉਹਨਾਂ ਨੂੰ ਫਿਕਰ ਹੀ ਨਹੀਂ। ਤਾਂ ਪੇਰੈਂਟਸ ਨੂੰ ਕੀ ਸੋਚਣਾ ਚਾਹੀਦਾ ਹੈ? ਬੱਚੇ ਨੂੰ ਪੜ੍ਹਾਈ ਦੇ ਉੱਪਰ ਲਗਾਉਣ, ਉਹਨੂੰ ਅੱਛੀ ਪਰਸੈਂਟੇਜ ਆਵੇ, ਉਹਦੀ ਅੱਛੀ ਸਬਜੈਕਟਸ ਉਹਨੂੰ ਦਿਲਾਓ ਤਾਂ ਕਿ ਉਹਦਾ ਦਿਮਾਗ ਇਹ ਹੋਵੇ ਲਈ ਬੇਟਾ ਤੂੰ ਸਕਾਲਰਸ਼ਿਪ ਲੈ ਸਕਦਾ 100% ਜੇ ਤੂੰ ਇਹਦੇ ਐਫਰਟ ਕਰੇ ਤਾਂ ਤੂੰ ਉਹ ਸਟੂਡੈਂਟ 'ਚ ਆ ਜਾਏਗਾ ਜਿਹੜੇ ਵਨ ਆਫ ਦੀ ਟੌਪ ਮੋਸਟ ਸਟੂਡੈਂਟ ਹੈਗੇ ਆ ਜਿਨ੍ਹਾਂ ਦੇ ਵਿੱਚ ਆ ਜਾਏਗਾ। ਜਿੱਥੇ ਕਿ ਤੇਰੇ ਨਾਲ ਇੱਕ ਗੱਲ ਹੋਰ ਵੀ ਹੈ, ਜਰਮਨ ਦੇ ਵਿੱਚ ਜੇ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਟਰੂਲੀ ਮਲਟੀਕਲਚਰਿਜ਼ਮ ਮਿਲਦਾ। ਓਕੇ, ਹੁਣ ਤੁਸੀਂ ਕੈਨੇਡਾ ਜਾ ਰਹੇ ਹੋ, ਸ਼ੈਲਡਨ ਕਾਲਜ ਚਲੇ ਜਾਓ ਜਾਂ ਕਿਸੇ ਹੋਰ ਕਾਲਜ ਚਲੇ ਜਾਓ, ਉੱਥੇ ਤੁਹਾਨੂੰ ਤਕਰੀਬਨ 50 ਸਟੂਡੈਂਟ ਹੈ ਇੱਕ ਕਲਾਸ 'ਚ, 48-45 ਪੰਜਾਬੀ ਮਿਲਦੇ ਆ। ਪੜ੍ਹਾਣੇ ਵਾਲਾ ਵੀ ਟੀਚਰ ਪੰਜਾਬੀ ਲਗਾ ਦਿੱਤਾ ਉਹਨਾਂ ਨੇ, ਪੜ੍ਹਾਣੇ ਵਾਲਾ ਟੀਚਰ ਵੀ ਪੰਜਾਬੀ ਲਗਾ ਦਿੱਤਾ। ਤਾਂ ਫਿਰ ਤੁਸੀਂ ਲੋਕਲ ਪੜ੍ਹ ਲਓ ਜਦੋਂ ਪੰਜਾਬ ਵੀ ਪੜ੍ਹਨਾ। ਹੁਣ ਜਰਮਨ 'ਚ ਜਾਂਦੇ ਹੋ, ਉੱਥੇ ਤੁਹਾਨੂੰ ਤੁਹਾਡੀ ਕਲਾਸ ਦੇ ਵਿੱਚ ਮੈਕਸਿਮਮ 1 ਜਾਂ 2 ਇੰਡੀਅਨ ਮਿਲਣਗੇ ਔਰ ਤੁਹਾਡੇ ਨਾਲ ਦੇ ਕੋਈ ਜਰਮਨ ਦਾ ਹੋਏਗਾ, ਕੋਈ ਬੈਲਜੀਅਮ ਦਾ ਹੋਏਗਾ, ਕੋਈ USA ਦਾ ਹੋਏਗਾ, UK ਦਾ ਹੋਏਗਾ, ਕੋਈ ਕੈਨੇਡਾ ਦਾ ਵੀ ਹੋਏਗਾ, ਕੋਈ ਆਸਟ੍ਰੇਲੀਆ ਤੋਂ ਕੈਨੇਡਾ ਵਾਲੇ ਇੱਧਰ ਆਉਂਦੇ, ਜਰਮਨ ਆਉਂਦੇ ਆ। ਤਾਂ ਤੁਹਾਨੂੰ ਇੱਕ ਮਲਟੀਕਲਚਰਿਜ਼ਮ ਮਿਲੇਗਾ, ਅਲੱਗ-ਅਲੱਗ ਇਨਵਾਇਰਨਮੈਂਟ ਮਿਲੇਗਾ, ਸਮਝਣ ਨੂੰ ਤੁਹਾਡਾ ਇੱਕ ਫਰੈਂਡ ਸਰਕਲ ਵੀ ਬੜਾ ਅਲੱਗ ਹੋਏਗਾ। ਲੇਕਿਨ ਇਹ 'ਚ ਇੱਕ ਕਾਰਨ ਮੈਂ ਪੁੱਛਣਾ ਚਾਹੁੰਦੀ ਹਾਂ, ਇਹ ਕਾਰਨ ਇਸ ਲਈ ਕਿਉਂਕਿ ਆਪਾਂ ਜੋ ਮੈਂ ਪਹਿਲੀ ਸ਼ੁਰੂਆਤ 'ਚ ਗੱਲਬਾਤ ਕੀਤੀ ਸੀ ਕਿ ਜਰਮਨ ਨੂੰ ਅੱਗੇ ਲੈ ਕੇ ਜਾਂਦੇ ਹੀ ਨਹੀਂ, ਜਰਮਨ ਦੇ ਬਾਰੇ ਗੱਲਬਾਤ ਕੀਤੀ ਨਹੀਂ ਜਾਂਦੀ। ਜਿਸ ਹਿਸਾਬ ਨਾਲ ਮੈਂ ਤੁਹਾਡੀ ਸੋਚ ਦੇਖ ਰਹੀ ਹਾਂ, ਤੁਸੀਂ ਦੇਖ ਰਹੇ ਹੋ ਕਿ ਸਾਡੇ ਜੋ ਬੱਚਿਆਂ ਦਾ ਫਿਊਚਰ ਸਿਕਿਉਰ ਰਹੇ ਕਿਉਂਕਿ ਤੁਸੀਂ ਵੀ ਪੜ੍ਹ ਲਿਖ ਕੇ ਗਏ ਹੋ ਤੇ ਇੰਨਾ ਪੜ੍ਹੇ ਤੇ ਵਾਈ ਨਾਟ ਮੇਰੇ ਬੱਚੇ ਕਿਉਂ ਨਾ ਪੜ੍ਹ ਸਕੇ? ਬਿਲਕੁਲ, ਹਾਂਜੀ ਹਾਂ ਬਿਲਕੁਲ ਜੀ। ਮੈਂ ਆਪਣੇ ਬੇਟੇ ਨੂੰ ਭੇਜਣਾ ਚਾਹਾਂਗਾ ਤਾਂ ਮੈਂ ਆਪਣੇ ਨੂੰ ਵੀ ਜਰਮਨੀ ਭੇਜਾਂਗਾ। ਹਾਂ, ਮੈਂ ਕਿਉਂ ਫੀਸਾਂ ਦੇਵਾਂ ਬਈ? ਮੇਰਾ ਬੱਚਾ ਜੇ ਉਸ ਲੈਵਲ ਤੇ ਹੈਗਾ ਤੇ ਮੈਂ ਉਹਨੂੰ ਫ੍ਰੀ 'ਚ ਪੜ੍ਹਾਵਾਂ। ਫ੍ਰੀ 'ਚ ਪੜ੍ਹਾਏਗਾ ਤਾਂ ਉਹ ਇੱਕ ਟੌਪ ਮੋਸਟ ਯੂਨੀਵਰਸਿਟੀ 'ਚ ਪੜ੍ਹੇਗਾ, ਇੱਕ ਉਸ ਲੈਵਲ ਦੇ ਇਨਵਾਇਰਨਮੈਂਟ 'ਚ ਜਾਏਗਾ ਜਿੱਥੇ ਉਹਨੂੰ ਕੁਝ ਕਰਨਾ ਚਾਹੀਦਾ, ਉਹਨੂੰ ਗਵਰਨਮੈਂਟ ਸਪੋਰਟਸ ਮਿਲਣਗੀਆਂ, ਸਭ ਕੁਝ ਮਿਲੇਗਾ। ਤਾਂ ਉਹ ਚੀਜ਼ਾਂ ਨੂੰ ਇੱਕ ਸੋਚਣਾ ਜ਼ਰੂਰੀ ਹੈ। ਲੇਕਿਨ ਸਰ ਮੈਂ ਲਾਸਟ ਵਿੱਚ ਇਹ ਵੀ ਪੁੱਛਣਾ ਚਾਹੁੰਦੀ ਹਾਂ, ਤੁਸੀਂ ਹੈ ਤੇ ਲਾਸਟ ਵਿੱਚ ਇਹ ਬਿਜ਼ਨਸਮੈਨ ਹੀ ਹੋ ਨਾ, ਫਿਰ ਤੁਸੀਂ ਆਪਣਾ ਬਿਜ਼ਨਸ ਚਲਾ ਕਿੱਦਾਂ ਰਹੇ ਹੋ? ਨਹੀਂ, ਐਸਾ ਸਾਨੂੰ ਕਲਾਇੰਟ ਪੈਸੇ ਤਾਂ ਦਿੰਦੇ ਆ, ਅਸੀਂ ਉਹਨਾਂ ਤੋਂ ਤਾਂ ਲੈਨੇ ਆ, ਆਪਣੇ ਖਰਚੇ ਥੋੜੀ ਅਸੀਂ ਮਨਾ ਕਰ ਦਾਂਗੇ ਤੇ ਅਸੀਂ ਉਹਨਾਂ ਤੋਂ ਪੈਸੇ ਲੈਨੇ ਆ। ਬਟ ਜਦੋਂ ਖਰਚੇ ਤੁਸੀਂ ਜੇ ਤੁਸੀਂ ਟੌਪ ਮੋਸਟ USA ਜਾਣਾ ਜਾਂ UK ਜਾਣਾ ਜਾਂ ਕੈਨੇਡਾ ਜਾਣਾ, ਇੱਕ ਇੰਜੀਨੀਅਰਿੰਗ ਕਰਨਾ, ਸਪੋਜ਼ ਕਰੋ ਇੱਕ ਅੱਛੀ ਯੂਨੀਵਰਸਿਟੀ ਦੀ ਫੀਸ 25 ਲੱਖ ਰੁਪਏ ਹੈਗੀ, 4 ਸਾਲ ਦੀ 1 ਕਰੋੜ ਰੁਪਏ ਹੋ ਗਈ। ਜੇ ਤੁਹਾਡਾ 1 ਕਰੋੜ ਬਚ ਰਿਹਾ ਤਾਂ ਸਾਨੂੰ ਤੇ ਸਾਡੀ ਮਿਹਨਤ ਮਿਲ ਜੇ ਸਾਨੂੰ ਬਹੁਤ ਹੈ। ਅਸੀਂ ਉਸ ਮਿਹਨਤ ਚੱਲਦੇ ਮਤਲਬ ਐਕਸਟਰਾ ਜੋ ਮਨੀ ਹੁੰਦਾ ਹੈ ਜੋ ਫालतू ਦੇ ਲੋਕ ਇਮੀਗ੍ਰੇਸ਼ਨ ਵਾਲੇ ਖਾ ਲੈਂਦੇ ਉਹ ਤੋਂ ਤੁਸੀਂ ਬਚਾ ਰੱਖਿਆ, ਸਭ ਕੁਝ ਖਤਮ ਕਰ ਦਿੰਦੇ ਹਾਂ, ਸਾਰਾ ਕੁਝ ਹੋ ਜਾਂਦਾ। ਸਭ ਤੋਂ ਵੱਡੀ ਗੱਲ ਇੱਕ ਹੋਰ ਜਰਮਨ ਬਾਰੇ ਲੋਕਾਂ ਦੇ ਬੜੇ ਮਿਸਕਨਸੈਪਸ਼ਨਸ ਹੈਗੇ ਆ। ਪਹਿਲੀ ਗੱਲ, ਅਸੀਂ ਜਿੰਨੇ ਵੀ ਕੋਰਸਿਸ 'ਚ ਭੇਜਦੇ ਆ ਉਹ ਸਾਰੇ ਇੰਗਲਿਸ਼ ਪ੍ਰੋਗਰਾਮ ਦੇ ਵਿੱਚ ਹੁੰਦੇ ਆ, ਕੋਈ ਜਰਮਨ ਲੈਂਗੁਏਜ ਦੀ ਜ਼ਰੂਰਤ ਨਹੀਂ ਹੈ। ਹਾਂ, ਮੈਂ ਜਰਮਨ ਲੈਂਗੁਏਜ ਨੂੰ ਇਹ ਨਹੀਂ ਕਹਿੰਦਾ ਓਵਰਰੂਲ ਨਹੀਂ ਕਰਦਾ ਵੀ ਨਹੀਂ ਜਰਮਨ ਲੈਂਗੁਏਜ ਦੀ ਜ਼ਰੂਰਤ ਨਹੀਂ ਹੈ। ਜਰਮਨ ਲੈਂਗੁਏਜ ਦੀ ਜ਼ਰੂਰਤ ਹੈਗੀ ਆ, ਠੀਕ ਹੈ। ਬਟ ਉੱਥੇ ਜੇ ਤੁਸੀਂ ਸਰਵਾਈਵ ਕਰਨਾ ਤਾਂ ਉਹ ਯੂਨੀਵਰਸਿਟੀ ਦੇ ਲੈਂਗੁਏਜ ਸੈਂਟਰ ਦੇ ਵਿੱਚ ਜਾ ਕੇ ਤੁਸੀਂ ਫ੍ਰੀ ਆਫ ਕਾਸਟ ਜਰਮਨ ਲੈਂਗੁਏਜ ਸਿੱਖ ਸਕਦੇ ਹੋ। ਉਹ ਫ੍ਰੀ ਆਫ ਕਾਸਟ ਹੁੰਦੇ ਮੋਸਟਲੀ। ਹਾਂ, ਜਰਮਨ ਲੈਂਗੁਏਜ A1 A2 B1 B2 ਤੱਕ ਤੁਸੀਂ ਫ੍ਰੀ ਆਫ ਕਾਸਟ ਸਿੱਖ ਸਕਦੇ ਹੋ। ਸੈਕੰਡਲੀ, ਜਿਹੜਾ ਸਭ ਤੋਂ ਵੱਡੀ ਮਿਸਕਨਸੈਪਸ਼ਨ, ਲੋਕ ਕਹਿੰਦੇ ਜੀ ਜਰਮਨ ਦੇ ਵਿੱਚ ਸੈਟਲਮੈਂਟ ਨਹੀਂ ਹੈ, PR ਨਹੀਂ ਹੈ। ਜਦ ਕਿ ਮੈਂ ਇਹ ਗੱਲ ਕਰਨਾ, ਥੋੜ੍ਹਾ ਜਿਹਾ ਸਟੱਡੀ ਕਰੋ। ਜਰਮਨ ਦੇ ਵਿੱਚ ਕੈਨੇਡਾ ਔਰ ਆਸਟ੍ਰੇਲੀਆ, UK ਤੇ ਵੈਸੇ PR ਬਹੁਤ ਮੁਸ਼ਕਿਲ ਹੈ, ਇਹਦੇ ਨਾਲੋਂ ਸਭ ਤੋਂ ਜ਼ਿਆਦਾ ਈਜ਼ੀਐਸਟ ਆ। ਰੀਜ਼ਨ ਬੀਇੰਗ ਕਿ ਜੇ ਤੁਸੀਂ ਜਰਮਨ 'ਚੋਂ
ਬੈਚਲਰ ਜਾਂ ਮਾਸਟਰ ਡਿਗਰੀ ਕੀਤੀ ਹੈ ਤਾਂ ਤੁਹਾਨੂੰ 18 ਮੰਥ ਦਾ ਜੌਬ ਸਰਚ ਵੀਜ਼ਾ ਮਿਲਣਾ ਉੱਥੇ। ਔਰ ਜੇ ਤੁਸੀਂ 2 ਸਾਲ ਬਲੂ ਕਾਰਡ ਤੇ ਕੰਮ ਕਰ ਲਿਆ ਜਰਮਨ ਦੇ ਵਿੱਚ ਤਾਂ ਤੁਹਾਨੂੰ ਉੱਥੇ PR ਮਿਲ ਜਾਣੀ ਆ, ਸੈਟਲਮੈਂਟ ਵੀਜ਼ਾ। ਵੈਸੇ ਵੀ ਜਰਮਨ ਹੁਣ ਇੱਕ ਅਪਰਚੂਨਿਟੀ ਕਾਰਡ ਕੱਢ ਰਿਹਾ, ਉਹਦੇ ਵਿੱਚ ਕੀ ਆ ਰਿਹਾ, ਅਪਰਚੂਨਿਟੀ ਕਾਰਡ ਦਾ ਰੀਜ਼ਨ ਹੀ ਇਹ ਹੈ ਕਿ ਸਕਿੱਲ ਸ਼ਾਰਟੇਜ ਆ, ਬਹੁਤ ਜ਼ਿਆਦਾ ਸਕਿੱਲ ਸ਼ਾਰਟੇਜ ਆ ਉੱਥੇ ਜਰਮਨ ਦੇ ਵਿੱਚ। ਜੌਬ ਇੰਨੀ ਜਲਦੀ ਮਿਲ ਰਹੀ ਹੈ। ਸਭ ਤੋਂ ਵੱਡੀ ਗੱਲ, ਜਰਮਨ ਦੀ ਸੈਲਰੀ ਸਟਰਕਚਰ ਬਹੁਤ ਜ਼ਿਆਦਾ ਹੈ, ਕਿਉਂਕਿ ਜਦੋਂ ਬੰਦੇ ਹੀ ਨਹੀਂ ਉਹਨਾਂ ਕੋਲੇ ਤਾਂ ਉਹਨਾਂ ਨੂੰ ਸੈਲਰੀ ਜ਼ਿਆਦਾ ਦੇਣੀ ਪੈ ਰਹੀ ਆ। ਜੇ ਬੰਦੇ ਹੀ ਜ਼ਿਆਦਾ ਹੋ ਜਾਣਗੇ ਤਾਂ ਸੈਲਰੀ ਸ਼ੋਸ਼ਣ ਹੋਏਗਾ ਨਾ, ਜਿਸ ਤਰ੍ਹਾਂ ਹੁਣ ਕੈਨੇਡਾ 'ਚ ਹੋ ਰਿਹਾ ਹੈ ਨਾ, ਕੁੜੀ ਸਟੂਡੈਂਟਸ ਦਾ ਸ਼ੋਸ਼ਣ ਹੋ ਰਿਹਾ ਕਿ ਉੱਥੇ ਬਹੁਤ ਜ਼ਿਆਦਾ ਆ ਗਏ ਬੱਚੇ ਤਾਂ ਉਹਨਾਂ ਨੂੰ ਜੌਬ ਨਹੀਂ ਦੇਣੀ, ਤੇ ਜੌਬ ਉਹਨਾਂ ਨੂੰ ਫਿਰ ਘੱਟ ਤੋਂ ਘੱਟ ਸੈਲਰੀ ਦਿੱਤੀ ਜਾਂਦੀ ਹੈ। ਤੇ ਦੂਸਰੀ ਗੱਲ, ਮੇਰਾ ਬੱਚਾ ਉੱਥੇ ਜਾ ਕੇ ਜਰਮਨੀ ਦੇ ਵਿੱਚ ਬਹੁਤ ਘੱਟ ਬੱਚੇ ਆ ਜਿਹੜੇ ਕਿ ਪੀਜ਼ਾ ਹਟ ਤੇ ਜਾਂ ਸਵਿਗੀ ਤੇ ਜਾਂ ਡਿਲੀਵਰੀ ਤੇ ਬॉय ਤੇ ਕੰਮ ਕਰਦੇ ਆ, ਉਹ ਨਹੀਂ ਕਰਦੇਗੇ। ਮੇਰੇ ਬੱਚੇ ਕਿੱਥੇ ਕੰਮ ਕਰਦੇ ਆ, ਰਿਸਰਚ 'ਚ ਕੰਮ ਕਰਦੇ ਆ, ਇੰਡਸਟਰੀ 'ਚ ਕੰਮ ਕਰ ਰਹੇ ਆ। ਉਹ ਬੜਾ ਆਪਣੇ ਆਪ ਨੂੰ ਪ੍ਰਾਊਡ ਫੀਲ ਹੁੰਦਾ ਵੀ ਸਾਡਾ ਬੱਚਾ ਇੱਕ ਟੌਪ ਮੋਸਟ ਕੰਪਨੀ 'ਚ ਆ ਰਿਹਾ, ਸਾਡਾ ਬੱਚਾ ਇੱਥੇ ਜਦ ਪੇਰੈਂਟਸ ਦੇ ਫੋਨ ਆਉਂਦੇ ਆ, ਉਹ ਜਦੋਂ ਸਾਨੂੰ ਦੱਸਦੇ, ਸਾਡੇ ਆਪਣੇ ਫੀਡਬੈਕ ਸ਼ੇਅਰ ਕਰਦੇ ਆ, ਆਪਣੇ ਆਪ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਯਾਰ, ਲਈ ਮੈਂ ਕੁਝ ਕਰ ਰਿਹਾ ਸੋਸਾਇਟੀ ਲਈ, ਮੇਰਾ ਕਰਨ ਦਾ ਡਿਊਟੀ ਬਣਦੀ ਹੈ। ਜੇ ਮੈਂ ਪੜ੍ਹਿਆ ਲਿਖਿਆ ਤੇ ਮੈਂ ਕਿਉਂ ਨਾ ਕਰਾਂ। ਹੁਣ ਜੇ ਇੱਕ ਕੈਪੇਬਲ ਬੰਦਾ ਵੀ ਆਪਣੀ ਐਜੂਕੇਸ਼ਨ ਨੂੰ ਯੂਜ਼ ਨਾ ਕਰੇ ਔਰ ਉਹਨੂੰ ਸਹੀ ਪਾਸੇ ਨਾ ਲਗਾਵੇ ਤਾਂ ਉਹ ਗਲਤ ਆ। ਤਾਂ ਮੈਂ ਉਹੀ ਕਰ ਰਿਹਾ ਆਪਣੇ। ਲੇਕਿਨ ਇੱਕ ਨਾ ਡਾਊਟ ਆ ਮੇਰੇ ਦਿਮਾਗ ਵਿੱਚ ਵੀ, ਸ਼ਾਇਦ ਹੋ ਸਕਦਾ ਆਡੀਅנס ਦੇ ਦਿਮਾਗ ਵਿੱਚ ਵੀ ਹੋਵੇ, ਕਿ ਜਰਮਨੀ ਦੀ ਜਿਹੜੀ ਲੈਂਗੁਏਜ ਆ ਇੱਥੋਂ ਸਿੱਖ ਕੇ ਜਾਣੀ ਇੰਪੋਰਟੈਂਟ ਹੈ, ਕਿਉਂਕਿ ਇੰਟਰਵਿਊ ਵਿੱਚ ਪੁੱਛਿਆ ਜਾਂਦਾ ਕਿ ਉੱਥੇ ਤੁਸੀਂ ਸਰਵਾਈਵ ਕਰਨਾ, ਤੁਸੀਂ ਅਗਰ ਸੇਬ ਨੂੰ ਕੀ ਕਹਿੰਦੇ ਆ, ਅਗਰ ਦਾਲ ਸਬਜ਼ੀ ਨੂੰ ਕੀ ਕਹਿੰਦੇ ਉਹ ਹੀ ਨਾ ਪਤਾ ਹੋਵੇਗਾ ਤਾਂ ਤੁਸੀਂ ਕੀ ਜਰਮਨੀ ਰਹਿ ਸਕਦੇ ਹੋ ਸਰਵਾਈਵ? ਦੇਖੋ, ਮੈਂ ਨਾ ਜਦ ਮੇਰੇ ਕੋਲੇ ਕੋਈ ਵੀ ਕਲਾਇੰਟ ਆਉਂਦਾ ਜਰਮਨ ਸਟੱਡੀ ਵੀਜ਼ਾ ਜਾਂ ਜਰਮਨ ਜੌਬ ਸਰਚ ਵੀਜ਼ਾ ਜਾਂ ਤੁਸੀਂ ਫੈਮਿਲੀ ਵੀਜ਼ਾ ਦੇ ਵਿੱਚ ਵੀ ਹੈਗਾ, ਫੈਮਿਲੀ, ਕਿਉਂਕਿ ਜਰਮਨ ਦੇ ਵਿੱਚ ਫੈਮਿਲੀ ਅਲਾਉਡ ਆ ਸਟੱਡੀ ਵੀਜ਼ਾ ਦੇ ਵਿੱਚ। ਅੱਛਾ। ਤੇ ਡੇ 1 ਜਰਮਨ ਦਾ ਕੋਈ ਵੀ ਕਲਾਇੰਟ ਮੇਰੇ ਕੋਲ ਆਇਆ, ਇਨਫੈਕਟ ਈਵਨ ਵਿਜ਼ਿਟਰ ਵੀਜ਼ਾ ਦਾ ਵੀ ਜੇ ਮੇਰੇ ਕੋਲੇ ਕਲਾਇੰਟ ਆਉਂਦਾ ਤਾਂ ਮੈਂ ਜਰਮਨ ਲੈਂਗੁਏਜ ਦੀ ਆਫੀਸ਼ੀਅਲ ਵੈਬਸਾਈਟ, ਉਹਨਾਂ ਦੇ ਗੋਇਥੇ ਤੋਂ ਮੈਂ ਵੀਡੀਓਜ਼ ਹੈਗੇ ਮੇਰੇ ਕੋਲੇ A1 A2 B1 ਦਾ ਕੰਪਲੀਟ ਕੋਰਸ ਮਟੀਰੀਅਲ ਆ, ਜਿਹਦੇ ਵਿੱਚ 300 ਤੋਂ ਜ਼ਿਆਦਾ ਵੀਡੀਓਜ਼ ਹੈਗੇ, ਕਲਾਸਰੂਮ ਵੀਡੀਓਜ਼ ਹੈਗੇ ਆ, ਬੁੱਕਸ ਹੈਗੀਆਂ 20-25 ਬੁੱਕਸ ਹੈਗੀਆਂ ਮੇਰੇ ਕੋਲੇ। ਕੰਪਲੀਟ ਕਿਟ ਮੈਂ ਆਪਣੇ ਸਟੂਡੈਂਟ ਨੂੰ ਫ੍ਰੀ ਆਫ ਕਾਸਟ ਦਿੰਦਾ ਸਭ ਨੂੰ। ਕਿਆ ਬਾਤ ਕਿ ਹੈ। ਤੁਸੀਂ ਅੱਜ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿਓ, ਔਰ ਉਹਨਾਂ ਨੂੰ ਮੈਥਡੋਲੋਜੀ ਵੀ ਦੱਸਦੇ ਆ ਵੀ ਇਹਨੂੰ ਕਿਸ ਤਰੀਕੇ ਨਾਲ ਕਿਵੇਂ ਤੁਸੀਂ ਪੜ੍ਹਨਾ, ਤਾਂ ਕਿ ਤੁਸੀਂ ਐਟਲੀਸਟ ਜਿਹੜੀ ਤੁਸੀਂ ਛੋਟੀ ਜਿਹੀ ਗੱਲ ਕਹੀ ਦਾਲ ਸਬਜ਼ੀ ਨੂੰ ਪੁੱਛਣ ਵਾਸਤੇ ਜਾਂ ਗੁੱਡ ਮਾਰਨਿੰਗ ਗੁੱਡ ਈਵਨਿੰਗ ਕਹਿਣ ਵਾਸਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਨੇ ਜਿਹੜਾ ਹੁਣ ਬੱਚੇ ਦਾ ਇੱਕ ਦਾ ਇਹ ਤਾਂ ਹੈ ਨਹੀਂ ਹੈ, ਜੇ ਤੁਸੀਂ ਅੱਜ ਆਏ ਆ ਤਾਂ ਕੱਲ੍ਹ ਨੂੰ ਤੁਹਾਡਾ ਵੀਜ਼ਾ ਲੱਗ ਜਾਣਾ। ਐਟਲੀਸਟ ਜਰਮਨ ਦੇ ਵਿੱਚ ਵੀਜ਼ਾ ਲੈਣ ਲਈ 3-4-5 ਮਹੀਨੇ ਲੱਗਦੇ ਆ। ਤਾਂ ਬੱਚਾ ਜੇ ਉਸੇ ਟਾਈਮ ਨੂੰ ਕੰਸਟਰਕਟਿਵ ਯੂਜ਼ ਕਰੇ, ਇੱਕ ਸਹੀ ਤਰੀਕੇ ਨਾਲ ਯੂਜ਼ ਕਰੇ ਤਾਂ ਉਹਦੇ 'ਚ ਹੋ ਜਾਂਦਾ। ਦੂਸਰੀ ਗੱਲ, ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਜਾਂਦੇ ਹੋ ਉੱਥੇ ਜਰਮਨ ਦੇ ਵਿੱਚ ਲੈਂਗੁਏਜ ਸੈਂਟਰਸ ਬਣੇ ਹੋਏ ਆ। ਹਰ ਲੈਂਗੁਏਜ ਸੈਂਟਰ ਤਕਰੀਬਨ ਫ੍ਰੀ ਆਫ ਕਾਸਟ ਹੈ ਮੋਸਟਲੀ। ਜੇ ਤੁਸੀਂ ਪ੍ਰਾਈਵੇਟ ਜਾਂਦੇ ਹੋ ਤਾਂ ਉਹਦੀ ਫੀਸ ਹੈਗੀ ਆ। ਤਾਂ ਤੁਸੀਂ ਜਰਮਨ ਲੈਂਗੁਏਜ ਸੈਂਟਰ ਦੇ ਵਿੱਚ ਜਾ ਕੇ ਪਾਰਟ ਟਾਈਮ ਵੀ ਸਟੱਡੀ ਕਰ ਸਕਦੇ ਹੋ, ਪਲੱਸ ਤੁਸੀਂ ਉੱਥੋਂ ਦੀ ਕਮਿਊਨਿਟੀ 'ਚ ਵਿਚਰਦੇ ਹੋ, ਤੁਸੀਂ ਫਰੈਂਡਸ ਬਣਾਉਂਦੇ ਹੋ, ਹੈ ਨਾ। ਯੂਨੀਵਰਸਿਟੀ ਜਾਓਗੇ ਤਾਂ ਡੈਫੀਨੇਟਲੀ ਤੁਹਾਡੇ ਫਰੈਂਡਸ ਬਣਨਗੇ, ਉੱਥੋਂ ਦੇ ਲੋਕਲ ਫਰੈਂਡ ਬਣਨਗੇ, ਦੂਜੇ ਬਣਨਗੇ, ਤਾਂ ਉਹ ਹੋ ਜਾਂਦਾ। ਪਲੱਸ ਇਹ ਜੀ ਗੱਲ ਨਹੀਂ ਕਿ ਜਰਮਨ ਦੇ ਵਿੱਚ ਇੰਗਲਿਸ਼ ਕਾਫੀ ਅੱਛੀ ਬੋਲੀ ਜਾਂਦੀ ਹੈ ਤਕਰੀਬਨ, ਕਿਉਂਕਿ ਜਰਮਨ ਨੂੰ ਤੁਸੀਂ ਗੱਲ ਸਮਝੋ, ਜਰਮਨ ਲੋਕਲ ਕੰਮ ਕਰ ਰਿਹਾ, ਜਰਮਨੀ ਲੈਂਗੁਏਜ ਯੂਜ਼ ਹੋ ਰਹੀ ਆ, ਬਟ ਜਰਮਨ ਨੂੰ ਚਾਹੀਦੇ ਉਹ ਬੰਦੇ ਜਿਹੜੇ ਕਿ ਉਹਨਾਂ ਦੇ ਪ੍ਰੋਡਕਟਸ ਨੂੰ ਓਵਰਸੀਜ਼ ਸੈਲ ਆਊਟ ਕਰਨ, ਉਹਨਾਂ ਦੇ ਓਵਰਸੀਜ਼ ਨੂੰ ਅੱਗੇ ਪ੍ਰਮੋਟ ਕਰਨ। ਸੋ ਉਹਦੇ ਲਈ ਦੇ ਨੀਡ ਦੀ ਇੰਗਲਿਸ਼ ਸਪੀਕਿੰਗ ਪਰਸਨਸ। ਔਰ ਸਭ ਤੋਂ ਅੱਛਾ ਐਕਸੈਂਟ ਜਿਹੜਾ ਹੈਗਾ ਉਹ ਅੱਜ ਦੀ ਡੇਟ 'ਚ ਇੰਡੀਅਨ ਦਾ ਹੈਗਾ, ਔਰ ਇੰਡੀਅਨ ਦੇ ਵਿੱਚ ਵੀ ਸਾਡੇ ਨਾਰਥ ਇੰਡੀਅਨ ਦਾ ਐਕਸੈਂਟ ਸਭ ਤੋਂ ਅੱਛਾ। ਹਾਂ, ਉਹ ਬਿਲਕੁਲ ਐਕੂਰੇਟ ਸਮਝਾਉਂਦੇ ਆ ਔਰ ਸਮਝਦੇ ਆ। ਸੋ ਇਹ ਵੀ ਗੱਲ ਆ, ਨਾਰਥ ਇੰਡੀਆ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਜਰਮਨੀ ਦੇ ਵਿੱਚ। ਠੀਕ ਹੈ, ਮੈਂ ਇਨਟੇਕ ਵੀ ਪੁੱਛ ਲੈਣੀ ਹੈ ਜਰਮਨੀ ਦੇ ਕਿਹੜੇ ਇਨਟੇਕ? ਬੇਟੇ ਇਹਦੇ 'ਚ ਤਕਰੀਬਨ ਇਨਟੇਕ ਚੱਲਦੇ ਹੀ ਰਹਿੰਦੇ ਆ। ਹਾਂ, ਬਟ ਮੇਜਰ ਇਨਟੇਕ ਇਹਨਾਂ ਦਾ ਅਕਤੂਬਰ ਹੈ ਜਾਂ ਸੈਕੰਡ ਇਨਟੇਕ ਜਰਮਨੀ ਆ। ਜਨਵਰੀ। ਤੇ ਬਟ ਕਈ ਯੂਨੀਵਰਸਿਟੀ ਦੇ ਕੋਰਸਿਸ ਕਦੀ ਕਿਸੇ ਫਰਵਰੀ 'ਚ ਵੀ ਸ਼ੁਰੂ ਹੋ ਰਹੇ, ਕੋਈ ਮਾਰਚ 'ਚ ਵੀ ਸ਼ੁਰੂ ਹੋ ਰਹੇ ਆ। ਕੁਛ ਕੋਰਸਿਸ ਹੈ ਨਾ ਹੁੰਦੇ, ਕਈ ਮਈ ਜੂਨ 'ਚ ਵੀ ਹੁੰਦੇ ਆ। ਉਹ ਸਪੈਸੀਫਿਕ ਕੋਰਸਿਸ ਹੁੰਦੇ ਆ, ਉਹਨਾਂ ਨੇ ਸਪੈਸੀਫਿਕ ਰਿਕਰੂਟਮੈਂਟ ਰੱਖੀ ਹੁੰਦੀ ਆ ਉਹਨਾਂ ਦੀ, ਉਹ ਕਿਉਂਕਿ ਵਨ ਟਾਈਮ ਕਈ ਵਾਰੀ ਕਰਦੇ ਕੋਈ ਯੂਨੀਵਰਸਿਟੀ। ਸੋ ਜਦੋਂ ਅਸੀਂ ਇਸ ਲਈ ਕੰਮ ਕਰਦੇ ਹਾਂ ਤਾਂ ਅਪ ਟੂ ਜਿਸ ਤਰ੍ਹਾਂ ਤਾਂ ਅਸੀਂ ਉਹਦੀ ਸਾਰੀ ਰਿਸਰਚ ਸਟੱਡੀ ਨੂੰ ਅਸੀਂ ਆਪਣਾ ਬਣਾ ਕੇ ਰੱਖਦੇ ਹਾਂ। ਤੁਸੀਂ ਸਾਡੇ ਆਫੀਸ਼ੀਅਲ ਵੈਬ ਪੇਜ ਵੀ ਹੈਗਾ germanstudyvisa.com
ਅੱਛਾ ਹਾਂ ਉੱਥੇ ਤੁਸੀਂ ਕੋਰਸਿਸ ਯੂਨੀਵਰਸਿਟੀਜ਼ ਲਿਸਟ ਦੇਖ ਸਕਦੇ ਹੋ, ਸਾਡਾ ਜਰਮਨ ਆਫਿਸ, ਸਾਡਾ ਇੱਥੋਂ ਦਾ ਸਾਰਾ ਸਿਸਟਮ ਨੂੰ ਤੁਸੀਂ ਦੇਖ ਸਕਦੇ ਹੋ, ਬਹੁਤ ਕੁਝ ਹੈ ਉੱਥੇ। ਰਾਈਟ, ਪਰਫੈਕਟ। ਰਾਈਟ, ਅਗਰ ਤੁਸੀਂ ਜਰਮਨੀ ਜਾਣ ਦਾ ਸੁਪਨਾ, ਕਿਉਂਕਿ ਮੈਂ ਵੀ ਜਦੋਂ ਹੁਣੇ ਪਿੱਛੇ 2 ਦਿਨ ਪਹਿਲੇ ਦੇਖ ਰਹੀ ਸੀ ਕਿ ਕਿੱਥੇ ਘੁੰਮਣ ਜਾ ਸਕਦੇ ਬੇਸਿਕਲੀ, ਤੇ ਜਰਮਨੀ ਦਾ ਜਦੋਂ ਚਿਹਰਾ ਸਾਹਮਣੇ ਆਉਂਦਾ ਤੇ ਇੰਨੀ ਖੂਬਸੂਰਤ ਉਹ ਜਗ੍ਹਾ ਹੈਗੀ ਹੈ ਕਿ ਉਹ ਇਦਾਂ ਸਾਡਾ ਦਿਲ ਖਿੱਚ ਜਾਂਦੀ ਹੈ। ਤੇ ਮੈਨੂੰ ਲੱਗਦਾ ਅਗਰ ਤੁਹਾਨੂੰ ਮੌਕਾ ਮਿਲ ਰਿਹਾ ਵਿਦ ਅਪ ਟੂ 100% ਸਕਾਲਰਸ਼ਿਪ ਦੈਨ ਵਾਈ ਨਾਟ ਜਰਮਨੀ। ਠੀਕ ਹੈ, ਹੁਣ ਥੋੜੀ ਮੈਂ ਕੈਨੇਡਾ ਬਾਰੇ ਗੱਲਬਾਤ ਕਰਨਾ ਚਾਹਨੀ, ਮੇਰੇ ਕੋਲ ਥੋੜਾ ਸਮਾਂ ਘੱਟ ਹੈ ਲੇਕਿਨ ਮੈਂ ਤਾਂ ਵੀ ਇਸ ਟੌਪਿਕ ਨੂੰ ਛੇੜਨਾ ਚਾਹਨੀ। ਕੈਨੇਡਾ ਕਲਚਰ ਆਰਟਿਸਟ ਜਿਹੜਾ ਇਹ ਪ੍ਰੋਗਰਾਮ ਹੈਗਾ ਜੋ ਸਿੱਧੀ ਪੀਆਰ ਤੁਹਾਡੀ ਕਰਾਉਂਦਾ ਹੈ, ਇਹ ਕਿੱਦਾਂ ਜਾ ਸਕਦੇ ਆ, ਕੀ ਚੀਜ਼ ਹੁੰਦੀ ਹੈ ਇਸ ਵਿੱਚ? ਇਹ ਨਾ ਕੈਨੇਡਾ ਗਵਰਨਮੈਂਟ ਦੀ ਇੱਕ ਤਾਂ ਹੈਗਾ ਸੈਲਫ ਇੰਪਲਾਇਡ ਕੈਟਾਗਰੀ, ਇੱਕ ਹੈਗਾ ਸਕਿਲਡ ਵਰਕਰ ਕੈਟਾਗਰੀ। ਸਕਿਲਡ ਵਰਕਰ ਤਾਂ ਉਹੀ ਐਕਸਪ੍ਰੈਸ ਕੈਟਾਗਰੀ ਜਾਂ ਪੀਐਨਪੀ ਦੇ ਵਿੱਚ ਸਾਰਾ ਕੁਝ ਆ ਜਾਂਦਾ। ਸੈਲਫ ਇੰਪਲਾਇਡ ਕੈਟਾਗਰੀ ਦੇ ਵਿੱਚ ਕਲਚਰਲ ਆਰਟਿਸਟ ਐਂਡ ਸਪੋਰਟਸ ਪਰਸਨ, 2 ਕੈਟਾਗਰੀ ਹੈਗੀ ਹੈ। ਜੇ 2 ਕੈਟਾਗਰੀ ਦੇ ਵਿੱਚ ਤੁਸੀਂ ਫਾਲ ਕਰਦੇ ਹੋ ਤਾਂ ਕੋਈ ਪੂਲ ਸਿਸਟਮ ਨਹੀਂ ਹੈ। ਏਜ ਇਹਦੀ ਤੁਹਾਡੀ 54 ਤੱਕ ਵੀ ਜੇ ਤੁਸੀਂ ਹੈਗੇ ਹੋ ਤਾਂ ਵੀ ਤੁਸੀਂ ਵੀਜ਼ਾ ਲੈ ਕੇ ਜਾ ਸਕਦੇ ਹੋ। ਈਵਨ ਦੋ 10th ਪਾਸ ਹੋ ਤਾਂ ਵੀ ਤੁਸੀਂ ਵੀਜ਼ਾ ਲੈ ਸਕਦੇ ਹੋ। ਜੇ ਤੁਹਾਡੇ ਆਈਲੈਟਸ ਸਿਰਫ 5 ਬੈਂਡ ਆ ਤਾਂ ਵੀ ਵੀਜ਼ਾ ਲੈ ਸਕਦੇ ਹੋ। ਓਕੇ, ਹਾਂ ਹੁਣ ਇਹਦਾ ਸਿਸਟਮ ਸਮਝੋ ਕੌਣ ਕੁਆਲੀਫਾਈ ਕਰਦਾ। ਜੇ ਤੁਸੀਂ ਫਿਲਮ ਇੰਡਸਟਰੀ, ਟੀਵੀ ਇੰਡਸਟਰੀ, ਜਾਂ ਤੁਸੀਂ ਅੱਜ ਤੁਸੀਂ ਵੀ ਟੀਵੀ ਇੰਡਸਟਰੀ 'ਚ ਬੈਠੇ ਹੋ ਤਾਂ ਐਂਕਰਿੰਗ ਵਗੈਰਾ ਦੇ ਵਿੱਚ ਨਹੀਂ, ਇਹਦੇ 'ਚ ਮੈਂ ਸਾਰਾ ਦੱਸ ਦਿੱਤਾ। ਤੇ ਥੀਏਟਰ ਦੇ ਵਿੱਚ ਆ ਗਏ ਹੋ ਜਾਂ ਤੁਸੀਂ OTT ਪਲੇਟਫਾਰਮ 'ਤੇ ਤੁਸੀਂ ਪ੍ਰੋਡਿਊਸਰ, ਡਾਇਰੈਕਟਰ, ਕੋਰੀਓਗ੍ਰਾਫਰ ਹੋ, ਸਾਰੇ ਤਰ੍ਹਾਂ ਦੇ ਲਾਈਨ ਪ੍ਰੋਡਿਊਸਰ, ਕਾਸਟਿੰਗ ਪ੍ਰੋਡਿਊਸਰ, ਸਭ ਬੰਦੇ ਉਹ ਜਾ ਸਕਦੇ ਆ। ਉਸ ਤੋਂ ਪਿੱਛੋਂ ਮਿਊਜ਼ੀਸ਼ੀਅਨ ਐਂਡ ਸਿੰਗਰਸ ਉਹ ਜਾ ਸਕਦੇ ਸਾਰੇ। ਦੈਨ ਕੰਡਕਟਰ, ਕੰਪੋਜ਼ਰ ਐਂਡ ਅਰੇਂਜਰਸ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਚਲਾਉਂਦੇ, ਜਿਵੇਂ ਕਪਿਲ ਸ਼ਰਮਾ ਸ਼ੋਅ ਹੈ, ਉਹ ਐਕਟਰ ਕਮੇਡੀਅਨ ਤਾਂ ਹੈਗੇ ਉਹ ਜਾ ਸਕਦੇ, ਬਟ ਜਿਨ੍ਹਾਂ ਨੇ ਉਹਨਾਂ ਨਾਲ ਜਿਹੜਾ ਆਪਣਾ ਕਹਿੰਦੇ ਹੋ ਸਾਰਾ ਕੁਝ ਹੈਗੇ ਆ ਉਹ ਵੀ ਜਾ ਸਕਦੇ। ਦੈਨ ਡਾਂਸਰਸ, ਆਫ ਕੋਰਸ ਡਾਂਸਰਸ ਸਾਰੇ ਜਾ ਸਕਦੇ। ਤੁਸੀਂ ਰੀਜਨਲ ਡਾਂਸਰ ਹੋ, ਤੁਸੀਂ ਕਲੱਬ ਡਾਂਸਰ ਹੋ, ਤੁਸੀਂ ਸਟ੍ਰਿਪ ਡਾਂਸਰ ਹੋ ਤਾਂ ਵੀ ਤੁਸੀਂ ਜਾ ਸਕਦੇ ਹੋ, ਸਭ ਜਾ ਸਕਦੇ। ਫਿਰ ਤੁਹਾਡੀ ਕੈਟਾਗਰੀ ਐਂਕਰ ਆ ਗਏ, ਤੁਹਾਡੇ ਜਿਹੜੇ ਐਂਕਰ ਹੈ ਪ੍ਰੋਗਰਾਮ ਹੋਸਟਿੰਗ ਕਰਦੇ ਹੋ ਤਾਂ ਹਾਂ, ਜੇ ਤੁਸੀਂ ਵੀ ਸਹੀ ਤਰੀਕੇ ਨਾਲ ਆਪਣੀ ਪ੍ਰੋਫਾਈਲ ਬਣਾਓ ਤੁਸੀਂ ਵੀ ਕੁਆਲੀਫਾਈ ਕਰ ਜਾਓਗੇ ਅੱਗੇ ਜਾ ਕੇ। ਹਾਂਜੀ। ਅੱਛਾ, ਇਹਦੇ ਵਿੱਚ ਮੈਂ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਮਿਲਿਓ, ਮੈਂ ਤੁਹਾਨੂੰ ਦੱਸਾਂਗਾ ਇਹਦੇ ਬਾਰੇ ਵੀ। ਔਰ ਸਪੋਰਟਸ ਪਰਸਨ, ਹਰ ਸਪੋਰਟਸ ਪਰਸਨ ਕੁਆਲੀਫਾਈ ਕਰਦਾ। ਰੈਫਰੀਜ਼, ਅੰਪਾਇਰਸ, ਕੋਚਿਸ ਸਾਰੇ ਕੁਆਲੀਫਾਈ ਕਰਦੇ ਆ। ਦੈਨ ਪਰ ਉਹ ਇਹਦੇ 'ਚ ਆ ਜਾਂਦਾ ਹੈ ਜਿਹੜੇ ਤੁਹਾਡੇ ਫਿਟਨੈਸ ਇੰਸਟਰਕਟਰ, ਯੋਗਾ ਇੰਸਟਰਕਟਰ। ਤੁਸੀਂ ਜਿਮ ਜਾਣੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜਾ ਤੁਹਾਡਾ ਫਿਟਨੈਸ ਇੰਸਟਰਕਟਰ ਇਹ ਵੀ ਕੈਨੇਡਾ ਪੀਆਰ ਲਈ ਕੁਆਲੀਫਾਈ ਕਰਦਾ, ਔਰ ਉਹ ਵੀ ਸੈਲਫ ਇੰਪਲਾਇਡ, ਕੋਈ ਪੂਲ ਸਿਸਟਮ ਨਹੀਂ ਉਹਦਾ, ਕੋਈ ਸਿਸਟਮ ਨਹੀਂ, ਸਿੱਧੀ ਡਾਇਰੈਕਟ ਫਾਈਲ ਲਾਓ। ਔਰ ਤੁਸੀਂ ਬਿਲੀਵ ਕਰੋਗੇ ਮੇਰੇ ਕੋਲ ਨਾ ਇਹ ਨੈਟ ਤੇ ਲਿਖਿਆ ਆ ਰਿਹਾ ਤਕਰੀਬਨ 3 ਸਾਲ, 3.5 ਸਾਲ, 4 ਸਾਲ ਵੀ ਲੱਗ ਜਾਂਦੇ ਆ, ਬਟ ਮੇਰੇ ਕੋਲ 1.5 ਸਾਲ, ਪੌਣੇ 2 ਸਾਲ, 2 ਸਾਲ ਦੇ ਵਿੱਚ ਐਪਲੀਕੇਸ਼ਨਸ ਯੈਸ ਹੋ ਕੇ ਆ ਰਹੀਆਂ, ਔਰ ਟਿਲ ਡੇਟ 100% ਸਕਸੈਸ ਆ। ਅੱਛਾ, ਇੱਕ ਵੀ ਦਾ ਸਿੰਗਲ ਰਿਫਿਊਜ਼ਲ ਨਹੀਂ ਆ। ਕੀ ਬਾਤ ਹੈ। ਠੀਕ ਹੈ, ਕਿਉਂਕਿ ਰੀਜ਼ਨ ਇਹ ਹੈ ਕਿ 20 ਸਾਲ ਦਾ ਜਿਹੜਾ ਐਕਸਪੀਰੀਅੰਸ ਅਸੀਂ ਫਾਈਲ 'ਚ ਲਗਾ ਦਿੰਦੇ ਇੱਥੇ ਆਂਦਾ। ਰਾਈਟ, ਕੀ ਬਾਤ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ। ਮੇਰੇ ਕੋ ਇੰਨਾ ਹੀ ਸਮਝ ਸੀਗਾ ਲੇਕਿਨ ਗੱਲਾਂ ਹਜੇ ਵੀ ਥੋੜੀ ਜਿਹੀ ਰਹਿ ਗਈਆਂ, ਲੇਕਿਨ ਮੈਨੂੰ ਲੱਗਦਾ ਸਾਰਾ ਕੁਝ ਅੱਜ ਕੰਪਲੀਟ ਹੋ ਗਿਆ। ਥੈਂਕ ਯੂ ਸੋ ਮਚ ਫॉर ਕਮਿੰਗ। ਥੈਂਕ ਯੂ। ਮੈਂ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ। ਹਾਂਜੀ, ਬਿਲਕੁਲ। ਕੱਲ ਨੂੰ ਮੇਰਾ ਵੈਬਿਨਾਰ ਆ। ਹਾਂ, ਸੈਟਰਡੇ ਆਫ ਕੋਰਸ। ਹਾਂ, ਸੈਟਰਡੇ ਨੂੰ ਮੇਰਾ ਤਕਰੀਬਨ ਹਰ ਸੈਟਰਡੇ ਵੈਬਿਨਾਰ ਹੁੰਦਾ। ਹਾਂਜੀ, ਦੁਪਹਿਰੇ 3 ਵਜੇ ਵੈਬਿਨਾਰ ਹੈ। ਮੇਰੇ ਤੁਸੀਂ ਸਕਰੀਨ ਤੇ ਨੰਬਰ ਦਿੱਤੇ ਆ, ਤੁਸੀਂ ਇਹਨਾਂ ਤੇ ਕਾਲ ਕਰਕੇ ਮੇਰੀ ਕਾਉਂਸਲਰ ਨਾਲ ਮੇਰੇ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ। ਜੋ ਗੱਲਾਂ ਇੱਥੇ ਰਹਿ ਗਈਆਂ ਜਾਂ ਨਹੀਂ ਕੁਝ ਕਰ ਸਕੇ ਤਾਂ ਤੁਸੀਂ ਮੇਰੇ ਨਾਲ ਬਿਲਕੁਲ ਐਕੂਰੇਟ ਫੇਸ ਟੂ ਫੇਸ ਉੱਥੇ ਕਾਉਂਸਲਿੰਗ ਵੀ ਲੈ ਸਕਦੇ ਹੋ, ਗੱਲਬਾਤ ਵੀ ਕਰ ਸਕਦੇ ਹੋ, ਪ੍ਰੋਫਾਈਲ ਡਿਸਕਸ ਵੀ ਕਰ ਸਕਦੇ ਹੋ ਮੇਰੇ ਨਾਲ। ਤੋ ਇਹ ਇੱਕ ਫ੍ਰੀ ਆਫ ਕਾਸਟ ਵੈਬਿਨਾਰ ਹੈ। ਇਹ ਜਸਟ ਇੱਕ ਅਵੇਅਰਨੈਸ ਹੈ, ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਜਿਹਨਾਂ ਨੇ ਕੇਸ ਅਪਲਾਈ ਕਰਨਾ ਚਾਹੁੰਦੇ ਆ, ਤਾਂ ਕਿ ਉਹ ਕਿਸੇ ਧੋਖੇ ਦਾ, ਠੱਗੀ ਦਾ ਸ਼ਿਕਾਰ ਨਾ ਹੋਣ, ਉਹਨਾਂ ਨੂੰ ਐਜੂਕੇਟ ਕੀਤਾ ਜਾਵੇ। ਮੈਂ ਇਹਦੇ 'ਚ ਮਾਰਕੀਟਿੰਗ ਨਹੀਂ ਕਰ ਰਿਹਾ, ਬਟ ਮੈਂ ਉਹਨਾਂ ਨੂੰ ਐਜੂਕੇਟ ਕਰ ਰਿਹਾ ਸਭ ਨੂੰ। ਰਾਈਟ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਐਂਡ ਜੀ ਬਿਲਕੁਲ ਤੁਹਾਨੂੰ ਪਤਾ ਹੀ ਹੈ ਆਲਮੋਸਟ ਹਰ ਸੈਟਰਡੇ ਵੈਬਿਨਾਰ ਹੁੰਦਾ ਹੈ, ਸਰ ਵੱਲੋਂ ਕੀਤਾ ਜਾਂਦਾ ਹੈ। ਜੇਕਰ ਸਵਾਲ ਰਹਿ ਗਿਆ ਤੁਸੀਂ ਪਲੀਜ਼ ਉੱਥੇ ਜਾ ਕੇ ਪੁੱਛ ਸਕਦੇ ਹੋ, ਨਹੀਂ ਤਾਂ ਥੱਲੇ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜਾਂ ਵਿਜ਼ਿਟ ਕਰ ਸਕਦੇ ਹੋ ਆਫਿਸ। ਕੋਈ ਰਿਜ਼ਲਟ ਹੈ, ਰੀਸੈਂਟ ਰਿਜ਼ਲਟ ਹੈ, ਕੋਈ ਇਨਫੋਰਮੇਸ਼ਨ ਹੈ, ਤੁਸੀਂ ਪੁੱਛ ਸਕਦੇ। ਥੈਂਕ ਯੂ ਸੋ ਮਚ। ਦੇਖਦੇ ਰਹੋ ਵੀਜ਼ਾ ਲਾਈਵ। ਮੈਨੂੰ ਤਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।